अमै दृष्ट शुभ करै, हरै आगु पाप सकल मल। काम क्रोध अर लोभ मोह, वस करै सबै बल। सदा सुख मन वसै, दुख संसारै खोवै। गुर नवनिध दरियाओ, जन्म हम कालुख धोवै। सो कहो टल गुर सेवियै, अहनस सहज सुभाए। दर्शन परसै गुरु कै, जन्म मरण दुख जाए। एक ओंकार सतनाम करता पुरख, निरभौ निर्वैर अकाल मूरत। अजूनी सैभं गुर प्रसाद। धनासरी महला पंजवां, घर बारवां। बंदना हर बंदना, गुण गावो गोपाल राय। बंदना हर बंदना, गुण गावो गोपाल राय। रहा वड्डे भाग भीटै गुरदेवा, कोट पराध मिटे हर सेवा। चरण कमल जाका मन रापै, सोग अगन तिस जन ना व्यापै। सागर तरिया साधु संगी, निरभौ नाम जपो हर रंगे। पर धन दोख किछ पाप न फेड़े, जम जंदार न आवे नेड़े। तृष्णा अगन प्रभ आप बुझाई, नानक उधरे प्रभु शरनाई। तृष्णा अगन प्रभु आप बुझाई, नानक उधरे प्रभु शरनाई। परम सन्मान योग धन धन शब्द गुरु श्री गुरु ग्रंथ साहब जी की पावन गोद विच जुड़ बैठी गुरु प्यारी साध संगत जीओ। सवेर वेले दे दीवान विच आपां सारे हाज़री भर रहे हाँ। मेरे तो पहला आप जी ने सत्कारयोग भाई साहब होना दे जथे पासों बहुत प्यार नाल आसा की वार पावन बाणी का कीर्तन सरवण किया। शहीदां दे सरताज गुरु पंजवें पातशाह गुरु अर्जन साहिब महाराज जी की रसना तो उचारण किया होया पावन शब्द जिसका आपां सारियां ने ही बड़े टिकाव च बैठ के पाठ सरवण किया है। आओ ये पावन शब्द राग धनासरी विच घर 12वें दे विच गुरु ग्रंथ साहब जी के पावन अंक 683 और 84 अंक के उपर सुभाईमान है। ये पावन शब्द गुरु ग्रंथ साहिब महाराज जी का जदों असी मुख वाक लेने अरदास तो बाद
ਤਾਂ ਇਹ ਹੁਕਮਨਾਮਾ ਵੀ ਹੈ। ਵੈਸੇ ਤਾਂ ਸਿੱਖ ਵਾਸਤੇ ਸਾਰੀ ਬਾਣੀ ਹੀ ਇੰਜ ਕਹਿ ਸਕਦੇ ਹਾਂ ਕਿ ਉਸ ਅਕਾਲ ਪੁਰਖ ਦਾ ਹੁਕਮ ਹੈ, ਪਰ ਇੱਕ ਵਿਧੀ ਵਿਧਾਨ ਹੈ ਕਿ ਜਦੋਂ ਅਸੀਂ ਦੀਵਾਨ ਦੀ ਸਮਾਪਤੀ ਕਰਦੇ ਹਾਂ, ਅਰਦਾਸ ਹੁੰਦੀ ਹੈ, ਜਿਹੜਾ ਉਸ ਤੋਂ ਬਾਅਦ ਸ਼ਬਦ ਪੜ੍ਹਿਆ ਜਾਂਦਾ ਹੈ ਉਸ ਨੂੰ ਅਸੀਂ ਮੁੱਖ ਵਾਕ ਕਹਿ ਦਿੰਦੇ ਹਾਂ ਜਾਂ ਹੁਕਮਨਾਮਾ ਹੈ। ਇਹ ਜਿਹੜੇ ਸ਼ਬਦ ਨੇ, ਕਿਉਂਕਿ ਅਸੀਂ ਗੁਰਦੁਆਰਾ ਸਾਹਿਬ ਹਾਜ਼ਰੀ ਭਰਦੇ ਹਾਂ, ਗਾਹੇ ਬਗਾਹੇ ਜਦੋਂ ਸਮਾਗਮਾਂ ਵਿੱਚ ਆਉਂਦੇ ਹਾਂ, ਤਾਂ ਇਹ ਉਹ ਸ਼ਬਦ ਨੇ ਜਿਹੜੇ ਲਗਭਗ ਸਾਨੂੰ ਸੁਣ ਕੇ ਸਾਰਿਆਂ ਨੂੰ ਯਾਦ ਹੋ ਜਾਂਦੇ ਨੇ। ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਬਹੁਤ ਐਸੇ ਸ਼ਬਦ ਨੇ ਜਿਹੜੇ ਅਸੀਂ ਕੰਨਾਂ ਨਾਲ ਨਹੀਂ ਸੁਣੇ ਹੁੰਦੇ, ਪੜ੍ਹੇ ਨਹੀਂ ਹੁੰਦੇ, ਇਸ ਕਰਕੇ ਸਾਨੂੰ ਉਹ ਸ਼ਬਦ ਯਾਦ ਨਹੀਂ ਹੁੰਦੇ। ਪਰ ਇਹ ਉਹ ਸ਼ਬਦ ਨੇ ਜਿਹੜੇ ਅਸੀਂ ਗੁਰਦੁਆਰਾ ਸਾਹਿਬ ਜਦੋਂ ਆਉਂਦੇ ਹਾਂ, ਹਾਜ਼ਰੀ ਭਰਦੇ ਹਾਂ, ਭਾਵੇਂ ਅਸੀਂ ਨਹੀਂ ਵੀ ਬਾਣੀ ਪੜ੍ਹੀ, ਪਰ ਜਦੋਂ ਕੰਨਾਂ ਨਾਲ ਅਸੀਂ ਸ਼ਬਦ ਨੂੰ ਸੁਣਦੇ ਹਾਂ, ਕਿਤੇ ਨਾ ਕਿਤੇ ਸਾਡੇ ਜ਼ਿਹਨ ਦੇ ਵਿੱਚ ਉਹ ਸ਼ਬਦ ਦੀਆਂ ਪੰਕਤੀਆਂ ਬੈਠੀਆਂ ਹੁੰਦੀਆਂ ਨੇ। ਅਤੇ ਸੁਭਾਵਿਕ ਹੈ ਜਦੋਂ ਅਸੀਂ ਪਾਠ ਕਰਦੇ, ਹੁਣ ਤੁਸੀਂ ਇੱਕ ਪਾਠ ਯਾਦ ਕਰਦੇ ਹੋ, ਇਹ ਕਹਿ ਵੀ ਤੁਸੀਂ ਸੁਣ ਕੇ ਵੀ ਤੁਹਾਨੂੰ ਗੁਰਬਾਣੀ ਜਿਹੜੀ ਹੈ ਉਹ ਯਾਦ ਹੋ ਜਾਂਦੀ। ਹੁਣ ਜਿਨ੍ਹਾਂ ਨੂੰ ਕੀਰਤਨ ਸੁਣਨ ਦਾ ਸ਼ੌਂਕ ਹੈ, ਚਾਹ ਹੁੰਦਾ, ਉਹਨਾਂ ਨੇ ਉਹ ਸੁਣ ਕੇ ਉਹਨਾਂ ਨੂੰ ਕਈ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਕੰਠ ਹੋ ਜਾਂਦੇ ਨੇ, ਕਿਉਂਕਿ ਇਹ ਬੜਾ ਡੂੰਘਾ ਨਾਤਾ ਹੈ ਕੰਨਾਂ ਅਤੇ ਜ਼ੁਬਾਨ ਦਾ। ਕੰਨ ਸੁਣਦੇ ਨੇ, ਜ਼ੁਬਾਨ ਬੋਲਦੀ ਹੈ। ਗੁਰੂ ਅਮਰਦਾਸ ਜੀ ਦਾ ਵਾਕ ਹੈ, ਇਹ ਸਰਵਣੋ ਮੇਰਿਓ ਸਾਚੈ ਸੁਣਨੇ ਨੋ ਪਠਾਏ, ਸਾਚੈ ਸੁਣਨੇ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ। ਕੰਨਾਂ ਨੇ ਸੁਣਨਾ ਹੈ, ਅਸਰ ਮਨ ਦੇ ਉੱਤੇ ਵੀ ਪੈਣਾ ਅਤੇ ਅਸਰ ਤਨ ਦੇ ਉੱਤੇ ਵੀ ਪੈਣਾ। ਪਹਿਲਾਂ ਮਨ 'ਤੇ ਪੈਣਾ, ਫਿਰ ਤਨ 'ਤੇ ਪੈਣਾ, ਕਿਉਂਕਿ ਮਨ ਨੇ ਹੀ ਤਨ ਦੀ ਅਗਵਾਈ ਕਰਨੀ ਹੈ। ਜਦੋਂ ਮਨ ਸ਼ਬਦ ਵਰਤਿਆ, ਉਹਦਾ ਮਤਲਬ ਹੀ ਇਹ ਹੈ ਕਿ ਜਦੋਂ ਮਨ ਵਿੱਚ ਵਸਿਆ ਅਤੇ ਮਨ ਨੇ ਹੀ ਦੱਸਣਾ ਹੱਥਾਂ ਨੂੰ ਕਿ ਤੁਸੀਂ ਚੰਗਾ ਕੰਮ ਕਰਨਾ ਹੈ ਕਿ ਮਾੜਾ ਕਰਨਾ ਹੈ। ਮਨ ਨੇ ਹੀ ਪੈਰਾਂ ਨੂੰ ਦੱਸਣਾ ਹੈ ਕਿ ਤੁਸੀਂ ਗਲਤ ਰਸਤੇ ਤੁਰਨਾ ਹੈ ਕਿ ਸਹੀ ਰਸਤੇ 'ਤੇ ਤੁਰਨਾ ਹੈ। ਤਾਂ ਪਾਤਸ਼ਾਹ ਜੀ ਇੱਥੇ ਕਹਿੰਦੇ ਨੇ, ਇਹ ਸਰਵਣੋ ਮੇਰਿਓ ਸਾਚੈ ਸੁਣਨੇ ਨੋ ਪਠਾਏ, ਸਰੀਰ ਲਾਏ, ਤੁਹਾਨੂੰ ਸਰੀਰ ਨਾਲ ਕਿਸ ਵਾਸਤੇ ਲਾਇਆ ਗਿਆ? ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ। ਸੁਣਿਆ ਕੰਨਾਂ ਨੇ ਹੈ ਅਤੇ ਰਸ ਰਸਨਾ 'ਚ ਆ ਗਿਆ। ਇਹ ਹੁਣ ਕੰਨਾਂ ਨੇ ਕੀ ਸੁਣਿਆ? ਜੇ ਝੂਠ ਸੁਣਨਗੇ ਕੰਨ ਅਤੇ ਜ਼ੁਬਾਨ ਵੀ ਝੂਠ ਬੋਲੇਗੀ, ਜੇ ਕੰਨ ਸੱਚ ਸੁਣਨਗੇ ਅਤੇ ਜ਼ੁਬਾਨ ਵੀ ਸੱਚ ਬੋਲੇਗੀ। ਹੁਣ ਜੋ ਤੁਸੀਂ ਭਾਂਡੇ 'ਚ ਵਸਤੂ ਪਾਈ ਹੈ, ਨਿਕਲਣੀ ਵੀ ਤਾਂ ਉਹੀ ਹੈ ਨਾ। ਹੁਣ ਤੁਸੀਂ ਕਿਸੇ ਬਰਤਨ ਵਿੱਚ ਦੁੱਧ ਪਾਇਆ, ਤੁਸੀਂ ਕਹੋ ਇਹਦੇ ਵਿੱਚੋਂ ਹੁਣ ਲੱਸੀ ਨਿਕਲੇ ਜਾਂ ਇਹਦੇ ਵਿੱਚੋਂ ਚਾਹ ਨਿਕਲਾਵੇ, ਹੋਣਾ ਹੀ ਨਹੀਂ। ਜੋ ਵਸਤੂ ਤੁਸੀਂ ਕਿਸੇ ਭਾਂਡੇ 'ਚ ਪਾਈ ਹੈ, ਇੱਦਾਂ ਹੀ ਇਹ ਸਰੀਰਕ ਬਰਤਨ ਹੈ, ਜੋ ਇਹਦੇ ਵਿੱਚ ਪਾਇਆ ਜਾ ਰਿਹਾ ਹੈ, ਨਿਕਲਣਾ ਵੀ ਉਹੋ ਹੀ ਹੈ। ਇਹਨੂੰ ਬਾਣੀ 'ਚ ਇੰਝ ਵੀ ਲਿਖਿਆ, ਸਰੀਰਕ ਜ਼ਮੀਨ ਹੈ, ਜਿੱਦਾਂ ਦਾ ਤੁਸੀਂ ਇਹ 'ਚ ਬੀਜ ਪਾਓਗੇ ਉਹੋ ਜਿਹਾ ਉਗਣਾ। ਖੇਤ ਸਰੀਰ ਜੋ ਬੀਜਿਆ ਸੋ ਅੰਤ ਖਲੋਆ ਆਏ। ਜਿੱਦਾਂ ਦਾ ਤੁਸੀਂ ਬੀਜ ਪਾਇਆ ਹੈ, ਉੱਦਾਂ ਦਾ ਬੀਜ ਇਹਦੇ ਵਿੱਚੋਂ ਉਗਣਾ ਹੈ। ਆਓ ਗੁਰੂ ਬਖਸ਼ਿਸ਼ ਕਰੇ। ਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਪਾਵਨ ਵਾਕ ਆਪਾਂ ਸਾਰਿਆਂ ਨੇ ਬੜੇ ਪਿਆਰ ਨਾਲ ਸਰਵਣ ਕੀਤਾ। ਰਾਗ ਧਨਾਸਰੀ ਵਿੱਚ ਇਹ ਪਾਵਨ ਸ਼ਬਦ ਹੈ। 83 ਅੰਕ ਤੋਂ ਸ਼ੁਰੂ ਹੈ ਅਤੇ 84 ਅੰਕ 'ਤੇ ਇਹ ਪਾਵਨ ਸ਼ਬਦ ਸਮਾਪਤ ਹੁੰਦਾ ਹੈ। ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਸਾਰੀ ਸੰਗਤ ਬੜੇ ਅਦਬ ਨਾਲ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਜਾਣੇ ਹਾਜ਼ਰੀ ਲਵਾਓ, ਫਿਰ ਆਪਾਂ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ। ਬੰਦਨਾ ਹਰ ਬੰਦਨਾ, ਬੰਦਨਾ ਹਰ ਬੰਦਨਾ, ਸਾਰੇ ਕਿਰਪਾ ਕਰੋ ਜੀ। ਬੜਾ ਸੌਖਾ ਸ਼ਬਦ ਹੈ ਅਤੇ ਯਾਦ ਵੀ ਹੈ ਸਾਨੂੰ। ਬੰਦਨਾ ਹਰ ਬੰਦਨਾ, ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ, ਗੁਣ ਗਾਵੋ ਗੋਪਾਲ ਰਾਏ। ਵਾਹ ਵਾਹ। ਗੁਣ ਗਾਵੋ ਗੋਪਾਲ ਰਾਏ, ਗੁਣ ਗਾਵੋ ਗੋਪਾਲ ਰਾਏ। ਵੱਡੇ ਭਾਗ ਭੇਟੇ ਗੁਰਦੇਵਾ, ਵੱਡੇ ਭਾਗ ਭੇਟੇ ਗੁਰਦੇਵਾ। ਵੱਡੇ ਭਾਗ ਭੇਟੇ ਗੁਰਦੇਵਾ, ਵੱਡੇ ਭਾਗ ਭੇਟੇ ਗੁਰਦੇਵਾ।
कोट अपराध मिटे हर सेवा, कोट अपराध मिटे हर सेवा। कोट अपराध मिटे हर सेवा, कोट अपराध मिटे हर सेवा। चरण कमल जाका मन रापै, चरण कमल जाका मन रापै। सोग अगन तिस जन न व्यापै, सोग अगन तिस जन न व्यापै। वाह वाह। सागर तरिया साधु संगे, सागर तरिया साधु संगे। निरपौ नाम जपो हर रंगे, निरपौ नाम जपो हर रंगे। पर तन दो किछ पाप न फेड़े, पर तन दोख किछ पाप न फेड़े। जम जंदार न आवे नेड़े, जम जंदार न आवे नेड़े। वाह वाह। तृष्णा अगन प्रभ आप बुझाई, तृष्णा अगन प्रभ आप बुझाई। नानक उदरे प्रभ शरणाई, नानक उदरे प्रभ शरणाई। बंदना हर बंदना, बंदना हर बंदना। गुण गावो गोपाल राय, गुण गावो गोपाल राय। गुरु पंजवें पातशाह जी का पावन वाक ਆਪਾਂ ਸਾਰਿਆਂ ਨੇ ਹੀ ਬਹੁਤ ਪਿਆਰ ਨਾਲ ਗਾਇਨ ਕੀਤਾ। ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ ਨੇ। ਬੰਧਨਾ ਹਾਰ ਬੰਧਨਾ, ਬੰਧਨਾ ਦਾ ਅਰਥ ਹੁੰਦਾ ਹੈ ਨਮਸਕਾਰ। ਕਹਿੰਦੇ ਨਮਸਕਾਰ ਕਰਨੀ ਹੈ, ਪਰ ਕਿਹਨੂੰ ਕਰਨੀ ਹੈ? ਹਰ ਨੂੰ। ਹਰ ਸ਼ਬਦ ਵਿੱਚ ਕਾਇਆ ਹੈ ਬੰਧਨਾ ਹਰ ਬੰਧਨਾ। ਤੇ ਅਗਲੀ ਪੰਕਤੀ ਹੈ ਗੁਣ ਗਾਵੋ ਗੋਪਾਲ ਰਾਏ। ਗੋ ਦਾ ਅਰਥ ਹੈ ਧਰਤੀ ਤੇ ਪਾਲ ਦਾ ਅਰਥ ਹੈ ਧਰਤੀ ਨੂੰ ਪਾਲਣ ਵਾਲਾ। ਗੋਪਾਲ ਸ਼ਬਦ ਪੂਰੀ ਕਾਇਨਾਤ ਦੀ ਪਰਵਰਿਸ਼ ਕਰਨ ਵਾਲਾ, ਪਰਵਰਦਗਾਰ ਜਿਹਨੂੰ ਆਪਾਂ ਸ਼ਬਦ ਬੋਲਦੇ ਹਾਂ, ਉਹ ਗੋਪਾਲ ਉਹਦੇ ਗੁਣ ਗਾਉਣੇ ਨੇ। ਹੁਣ ਧਿਆਨ ਨਾਲ ਸੁਣਿਓ ਸਾਧ ਸੰਗਤ। ਰਾਤ ਵੀ ਜ਼ਿਕਰ ਕੀਤਾ ਸੀ ਸਤਿਕਾਰਯੋਗ ਭਾਈ ਗੁਰਦਾਸ ਜੀ, ਜਿਨ੍ਹਾਂ ਦੀਆਂ ਜਦੋਂ ਅਸੀਂ ਵਾਰਾਂ ਦਾ ਪਾਠ ਕਰਦੇ ਹਾਂ ਤਾਂ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਜਦੋਂ ਆਰੰਭ ਹੁੰਦੀ ਹੈ ਤੇ ਪਹਿਲੀ ਵਾਰ ਦੀ ਪਹਿਲੀ ਪੌੜੀ ਜਿਨ੍ਹਾਂ ਘਰਾਂ 'ਚ ਹੈਗੀਆਂ ਜਾ ਕੇ ਤੁਸੀਂ ਆਪ ਇੱਕ ਵਾਰ ਖੁਦ ਪੜ੍ਹ ਕੇ ਵੇਖਿਓ। ਅੱਜ ਕੱਲ੍ਹ ਤਾਂ ਵੈਸੇ ਮੋਬਾਇਲ ਵਿੱਚ ਵੀ ਹੈ, ਇੰਟਰਨੈਟ 'ਤੇ ਹਰ ਇੱਕ ਚੀਜ਼ ਦੀ ਸਾਡੇ ਕੋਲ ਸੁਵਿਧਾ ਹੈ, ਪਰ ਸ਼ੌਂਕ ਚਾਹੀਦਾ ਉਹਨੂੰ ਪੜ੍ਹਨ ਦਾ। ਉਹਦੀ ਪਹਿਲੀ ਪੰਕਤੀ, ਪਹਿਲੀ ਵਾਰ ਦੀ ਪਹਿਲੀ ਪੌੜੀ ਤੇ ਪਹਿਲੀ ਪੌੜੀ ਦੀ ਪਹਿਲੀ ਪੰਕਤੀ ਭਾਈ ਗੁਰਦਾਸ ਜੀ ਨੇ ਬਹੁਤ ਪਿਆਰਾ ਬਚਨ ਕੀਤਾ ਹੈ, ਨਮਸਕਾਰ ਗੁਰਦੇਵ ਕੋ। ਕਹਿੰਦੇ ਜਿਹੜੀ ਮੇਰੀ ਨਮਸਕਾਰ ਹੈ ਉਹ ਆਪਣੇ ਗੁਰਦੇਵ ਨੂੰ ਆ, ਉਸ ਅਕਾਲ ਪੁਰਖ ਵਾਹਿਗੁਰੂ ਨਹੀਂ ਹੈ। ਪੁੱਛੋ ਕਿਉਂ? ਕਹਿੰਦੇ ਸੱਚ ਨਾਮ ਜਿਸ ਮੰਤਰ ਸੁਣਾਇਆ, ਜਿਹਨੇ ਮੈਨੂੰ ਸੱਚ ਦਾ ਮੰਤਰ ਦਿੱਤਾ ਹੈ, ਸੱਚ ਦੀ ਸਲਾਹ। ਮੰਤਰ ਦਾ ਅਰਥ ਹੁੰਦਾ ਸਲਾਹ, ਸਲਾਹਕਾਰ। ਜਿਵੇਂ ਆਪਾਂ ਕਹਿੰਦੇ ਮੈਂ ਗੁਰ ਮੰਤਰ ਲੈ ਲਿਆ, ਭਾਵ ਮੈਂ ਆਪਣੀ ਜ਼ਿੰਦਗੀ ਜਿਉਣ ਦੀ ਸਲਾਹ ਆਪਣੇ ਗੁਰੂ ਕੋਲ ਲੈ ਕੇ ਤੁਰਦਾ। ਹੁਣ ਜਿਵੇਂ ਕੋਈ ਬੰਦਾ ਕਹਿੰਦਾ ਜੀ ਮੈਂ ਗੁਰ ਮੰਤਰ ਦਾ ਪਾਠ ਕਰਦਾ, ਹੁਣ ਇਹ ਸੇਮ ਇੱਦਾਂ ਵਾ, ਤੁਹਾਡੇ ਕੋਲੋਂ ਕੋਈ ਬੰਦਾ ਸਲਾਹ ਲੈ ਕੇ ਜਾਵੇ ਪਰ ਕੰਮ ਆਪਣੀ ਮਰਜ਼ੀ ਨਾਲ ਕਰੇ ਤੇ ਤੁਹਾਡੇ ਮਨ 'ਚ ਆਏਗਾ ਵੀ ਇਹ ਰੋਜ਼ ਸਲਾਹ ਮੇਰੇ ਕੋਲ ਲੈ ਕੇ ਜਾਂਦਾ ਤੇ ਮੰਨਦਾ ਮੇਰੀ ਹੈ ਕੋਈ ਨਹੀਂ।
तो बंदा वध तो वध 1 बार सलाह दऊ, 2 बार सलाह दऊ, हद 3 बार दे दू, 10 बार 5 15-20 बार बंदा किसी सलाह देने तो बाद 1 बार तो पुछेगा ही ना भी जे तू मेरी सलाह नूं मनना ही नहीं तो मेरे कोलों सलाह लैण दा बोलो साध संगत जी कह सकता है ना। ईवन इत्थों तक जे साडा पुत्र धी भी माँ बाप कोलों वड्डियां कोलों सलाह लवे पर काम साडे सलाह मुताबक ना करे तो माँ बाप के दिमाग च भी एक आऊगा भी बच्चिया जे तू मर्जी फिर अपनी करनी है तो मेरी सलाह लैण दा फायदा की, कह सकता है ना जी, उहदे कोल हक है। सेम इदां ही है। हुण जदों मैं कहना मैं गुरु कोलों सलाह लेना, जिहड़ा मैं पाठ करदा बाणी पढ़दा, इहदा मतलब है मैं अपने दिन की जदों शुरुआत करदा, मैं कोई भी काम करना तो मैं अपने गुरु कोलों सलाह लेना। हुण जे मैं सलाह रोज़ लवां, मैं इदां कहां जी मैं तो गुरमंत्र पढ़दा, मैं तो रोज़ बाणी पढ़दा, तो काम मैं अपनी मर्जी मुताबक करा तो गुरु साहब भी कह सकते हैं भी भलिया जे तू मेरी सलाह ही नहीं लेनी, तू मेरी मननी नहीं तो अपना तो मेरा समा खराब क्यों करदा। हुण वाक सुन लियो, बाणी च की लिखे, सेवक सिख पूजन सब आवे, सारे पढ़ो एक बार, सेवक सिख पूजन सब आवे, की कर सब गावे हर हर उत्तम बाणी, सारे गाउंदे ने उत्तम बाणी पर प्रवान किन्हां दी होई, गाविया सुनिया तिनका हर थाए पावै। अगे जी, जिन सतगुर की आज्ञा सत सत कर मानी, गाउणा ते सुनना प्रवान उहदा होया जिन्हें आज्ञा मनी। हुण माँ बाप कोलों 2 बच्चियां सलाह ले ली, एक ने सलाह 2 बार लई, एक ने सलाह 10-15 बार लई, तो प्यो ने हस के कह दिता, कहता पुत्रा वेख ला ये वाल, ये सलाह एक बारी लेंदा पर मान लेंदा, तू सलाहां मेरे को लई जाना पर तू मेरी सलाह कदी मनी कोई नहीं। इत्थे मैं किन्ना गाउणा वा, किन्ना चिर बैठदा वा, ये नहीं वेख्या जाना, मैं मनदा किन्ना ये वेख्या जाना। सो सिख सखा बंदप है पाई, जे गुर कै पाणै विच आवे। अज जिन्ने भी समाज चोटां खा रहा ना, वो गुरु के भाणे च नहीं खा रहा, अपने भाणे च खा रहा। जे दुनिया दुखी आ तो मैं अपने मन की मर्जी करके दुखी हाँ, मैनू किसी ने थोड़ा दुखी किया है। जे मैं गुरु के भाणे च रहांगा फिर तो सुख है, जदों मैं अपने मर्जी के मुताबिक तुरदा फिर दुख है। सो सिख, सारे बोलो नाल नाल बाणी जी, सो सिख सखा। हुण वेखो किड्डी प्यारी गल है, गुरु नाल साडा नाता की है, विचारधारा का। वेखो 2 कुल्लां हुंदियां ने, एक कुल हुंदी है तुहाडी बॉडी की जिस्म की, एक कुल हुंदी है तुहाडी विचारधारा की। एग्जाम्पल देवां सौखी जी, गुरु नानक साहब जी की जिहड़ी परिवारक कुल है वो श्री चंद आ, पर जिहड़ी गुरु ते सिख की कुल है वो बाबा लैणा ते गुरु अंगद साहब, ये दोवें अलग अलग चीज़ां ने। जदों परिवार की गल आए कि उन्हों का पुत्र श्री चंद ही रहना सरीरक तौर पर, पर जदों गुरु ते सिख की गल आएगी, गुरु ते सिख की गल आएगी, उदों फिर बाबा लैणा ही गुरु नानक साहब का पुत्र खवाएगा, उदों श्री चंद नहीं खवा सकता। एग्जाम्पल देना सौखी जी, स्कूल च प्रिंसीपल एक स्कूल च टीचर पढ़ाउंदा है, बिंदी तौर पर बिंदी पुत्र उहदे अपने रहने ने, उहदी धी है, उहदा पुत है, पर एजुकेशन के पक्षों उहदी औलाद उहो ही अखवाउणी आ जिहड़ा उहदे कोलों पढ़दा है ध्यान नाल। पीएन का बच्चा भी जे स्कूल चों टॉप कर जाए ना, प्रिंसीपल ते टीचर की मजबूरी बन जाती उहदे नाल फोटो लवाउणी। वो चाहुंदा कि अज पेपर च फोटो आनी है, ये साडे स्कूल का पढ़िया होया बच्चा। उत्थे बच्चा नहीं कह सकता डैडी मेरे नाल भी फोटो लवाओ, वो कह सकता तेरा बाप हैगा मैं, अलग विशा, पर अज मैं इस स्कूल का टीचर वां, अज मैं इस स्कूल का ट्रस्टी हाँ, इत्थे मैं पढ़ाउंदा रहा वां, ते इत्थे मेरा फर्ज बनदा कि जिहड़ा मेरे स्कूल का, मेरे कॉलेज का, मेरी यूनीवर्सिटी का बच्चा टॉप किया, अज उहदे नाल मेरी फोटो लवा के मैं भी माण महसूस करा भी ये बच्चा साडे बोलो जी स्कूल का पढ़िया। 2 कुल्लां हो गई ना, बॉडी की कुल, शरीर की कुल उहदे बच्चे रहने ने, पर एजुकेशन की कुल वो बच्चा थां लै गया। उत्थे सिफारिश नाल नहीं भी मेरी डैडी जी मेरी फोटो लवाओ। हुण जिहड़ी विचारधारा की कुल वो बाबा लैणा है,
ਉੱਥੇ ਸ੍ਰੀ ਚੰਦ ਜਗ੍ਹਾ ਨਹੀਂ ਲੈ ਸਕਿਆ। ਇਹ ਭਾਈ ਗੁਰਦਾਸ ਜੀ ਨੇ ਵੀ ਵਾਂਸ ਸ਼ਬਦ ਤਾਂ ਹੀ ਵਰਤਿਆ ਸੀ ਕਿ ਬਾਲ ਜਤੀ ਹੈ ਸ੍ਰੀ ਚੰਦ ਬਾਹ ਬਾਣਾ ਦਿਉਰਾ ਬਣਾਇਆ। ਵੱਖਰੀ ਗੱਲ ਹੈ, ਅਸੀਂ ਅਗਿਆਨਤਾ ਵਸ ਅਸੀਂ ਉਸ ਰਸਤੇ ਤੁਰ ਪਏ ਹਾਂ ਅਤੇ ਸਾਹਿਬਜ਼ਾਦਿਆਂ ਦੇ ਬਰਾਬਰ ਲਿਆ ਕੇ ਖੜਾ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਸਾਡਾ ਸੰਬੰਧ ਗੁਰੂ ਸਾਹਿਬ ਦੀ ਵਿਚਾਰਧਾਰਾ ਦੇ ਨਾਲ ਹੈ। ਹੁਣ ਇੱਥੇ ਸ਼ਬਦ ਬੜਾ ਪਿਆਰਾ ਵਰਤਿਆ ਵੀ ਸੋ ਸਿੱਖ ਸਖਾ, ਉਹ ਹੀ ਸਖਾ ਸਿੱਖ ਹੈ। ਬੰਧਪ ਹੈ ਭਾਈ, ਬੰਧਪ ਕਹਿੰਦੇ ਰਿਸ਼ਤੇਦਾਰ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੈ ਭਾਣੇ ਵਿੱਚ ਆਵੇ। ਜਿਹੜਾ ਗੁਰੂ ਦੇ ਭਾਣਾ, ਭਾਣਾ ਕਹਿੰਦੇ ਨੇ ਮਰਿਆਦਾ ਨੂੰ, ਭਾਣਾ ਕਹਿੰਦੇ ਨੇ ਹੁਕਮ ਨੂੰ। ਜਿਹੜਾ ਗੁਰੂ ਦੇ ਭਾਣੇ 'ਚ ਤੁਰਦਾ ਉਹ ਗੁਰੂ ਦਾ ਸਿੱਖ ਵੀ ਹੈ, ਸਖਾ ਵੀ ਹੈ, ਰਿਸ਼ਤੇਦਾਰ ਵੀ ਹੈ। ਅਤੇ ਜਿਹੜਾ ਆਪਣੇ ਭਾਣੇ ਤੁਰਦਾ, ਆਪਣੇ ਭਾਣੇ ਜੋ ਚੱਲੇ ਭਾਈ, ਸਾਰੇ ਬੋਲੋ ਆਪਣੇ ਭਾਣੇ ਜੋ ਅੱਗੇ ਵਿਛੜ। ਹੁਣ ਇਮਾਨਦਾਰੀ ਨਾਲ ਸੋਚਿਓ, ਅੱਜ ਸਮਾਜ ਦਾ ਬਹੁਤ ਵੱਡਾ ਹਿੱਸਾ ਆਪਣੇ ਮਨ ਦੀ ਮਰਜ਼ੀ ਨਾਲ ਤੁਰਦਾ ਕਿ ਗੁਰੂ ਦੀ ਮਰਜ਼ੀ ਨਾਲ? ਬੋਲ ਕੇ ਦੱਸਿਓ ਜੀ। ਤੇ ਫਿਰ ਜੇ ਦੁਖੀ ਹੋ ਰਿਹਾ, ਫਿਰ ਇਹ 'ਚ ਕਸੂਰਵਾਰ ਕੋਈ ਦੂਜਾ ਹੈ? ਫਿਰ ਤਾਂ ਕੋਈ ਕਿਸੇ ਦੇ ਬਲੇਮ ਲਾ ਨਹੀਂ ਸਕਦਾ, ਕਿਉਂਕਿ ਤੂੰ ਤੇ ਆਪਣੀ ਮਰਜ਼ੀ ਕੀਤੀ ਸੀ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਤੂੰ ਵਿਛੜ ਕੇ ਚੋਟ ਖਾਧੀ, ਆਪਣੇ ਭਾਣੇ 'ਚੋਂ ਚੱਲਿਆ, ਤੂੰ ਮੇਰੀ ਗੱਲ ਜੋ ਨਹੀਂ ਮੰਨੀ। ਤੂੰ ਹੁਣ ਤੂੰ ਮੇਰੀ ਮਰਜ਼ੀ ਅਨੁਸਾਰ ਨਹੀਂ ਤੁਰਿਆ, ਤਾਂ ਚੋਟ ਖਾ। ਇਸ 'ਤੇ ਲਿਖ ਦਿੱਤਾ ਦੱਦੈ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮ ਆਪਣਿਆ, ਜੋ ਮੈਂ ਕੀਆ। ਸਾਰੇ ਬੋਲੋ ਜੋ ਮੈਂ ਕੀਆ, ਦੋਸ਼ ਨਾ ਦੀਜੈ। ਅਵਰ ਜਨਾ ਮੈਨੂੰ, ਮੈਂ ਦੂਜੇ ਨੂੰ ਦੋਸ਼ ਕਿਉਂ ਦੇ ਰਿਹਾ? ਜੇ ਅੱਜ ਮੈਂ ਇਸ ਜਗ੍ਹਾ 'ਤੇ ਪਹੁੰਚਿਆ ਵਾਂ ਤਾਂ ਇਹਦਾ ਜ਼ਿੰਮੇਵਾਰ ਮੈਂ ਖੁਦ ਆਪ ਹਾਂ। ਰੱਖ ਲਵੋ ਹਮ ਤੇ ਬਿਗੜੀ, ਰੱਖ ਲਵੋ ਬਿਗੜੀ ਮੇਰੇ ਕੋਲੋਂ ਜ਼ਿੰਦਗੀ। ਜ਼ਿੰਦਗੀ ਮੈਂ ਵਿਗਾੜੀ ਆ, ਤੁਸੀਂ ਥੋੜ੍ਹਾ ਵਿਗਾੜੀ ਆ, ਤੁਸੀਂ ਤਾਂ ਮੈਨੂੰ ਜਨਮ ਦੇ ਦਿੱਤਾ। ਰੱਖ ਲਵੋ ਹਮ ਤੇ, ਤੁਮ ਤੇ ਨਹੀਂ ਕਿਹਾ ਵੀ ਤੂੰ ਵਿਗਾੜ ਦਿੱਤੀ ਆ। ਰੱਖ ਲਵੋ ਹਮ ਤੇ ਬਿਗੜੀ। ਅੱਛਾ ਵਿਗੜੀ ਕਿਉਂ ਆ? ਇਹ ਵੀ ਸੁਣ ਲਓ। ਸੀਲ ਧਰਮ ਜਪ ਭਗਤ ਨਾ ਕੀਨੀ, ਹਉ ਅਭਿਮਾਨ ਟੇਢ ਪਗੜੀ। ਟੇਢ ਕਹਿੰਦੇ ਟੇਢੀ ਪਗੜੀ, ਮੈਨੂੰ ਫੜ ਲਈ, ਰਸਤਾ ਫੜ ਲਿਆ, ਮੈਂ ਤਾਂ ਟੇਢੇ ਰਸਤੇ ਤੁਰ ਪਿਆ, ਮੈਂ ਤਾਂ ਤੁਹਾਡੀ ਗੱਲ ਮੰਨੀ ਕੋਈ ਨਹੀਂ। ਸੀਲ, ਸੀਲ ਕਹਿੰਦੇ ਮਿੱਠਾ ਸੁਭਾਅ। ਮੇਰੇ ਕੋਲ ਸੁਭਾਅ ਮਿੱਠਾ ਨਹੀਂ ਹੈਗਾ, ਮੇਰਾ ਨੇਚਰ ਚੰਗਾ ਨਹੀਂ, ਮੇਰੀ ਸੋਚ ਚੰਗੀ ਨਹੀਂ। ਅਤੇ ਸੁਭਾਅ ਇੱਕ ਐਸੀ ਚੀਜ਼ ਆ ਜਿਹੜੀ ਇੱਕ ਦੂਜੇ ਦਾ ਇੱਕ ਦੂਜਾ ਚੇਂਜ ਨਹੀਂ ਕਰ ਸਕਦਾ। ਬੰਦਾ ਆਪਣਾ ਸੁਭਾਅ, ਆਪਣਾ ਨੇਚਰ ਖੁਦ ਬਦਲ ਸਕਦਾ, ਦੂਜਾ ਨਹੀਂ ਬਦਲ ਸਕਦਾ ਨਾ। ਦੂਜਾ ਕਿਸੇ ਨੂੰ ਕੱਪੜੇ ਲੈ ਕੇ ਦੇ ਸਕਦਾ, ਦੂਜਾ ਕਿਸੇ ਨੂੰ ਘਰ ਬਣਾ ਕੇ ਦੇ ਸਕਦਾ, ਪਰ ਆਪਣਾ ਸੁਭਾਅ, ਆਪਣੀ ਸੋਚ ਦੂਜਾ ਨਹੀਂ ਚੇਂਜ ਕਰ ਸਕਦਾ, ਉਹ ਆਪ ਬਦਲਣਾ ਪੈਣਾ। ਹੁਣ ਇੱਥੇ ਗੁਰਦੇਵ ਕਿੰਨੀ ਪਿਆਰੀ ਗੱਲ ਕਰ ਰਹੇ ਨੇ, ਕਿੰਨੀ ਪਿਆਰੀ ਵਿਚਾਰ ਦੇ ਰਹੇ ਨੇ ਸਾਨੂੰ। ਹੁਣ ਭਗਤ ਕਬੀਰ ਜੀ ਦਾ ਪਾਵਨ ਵਾਕ ਪੜ੍ਹਿਆ ਆਪਾਂ। ਰਾਖ ਲਵੋ, ਸਾਰੇ ਬੋਲੋ ਰਾਖ ਲਵੋ ਹਮ ਤੇ। ਰੱਖ ਲਵੋ ਵਿਗੜ ਗਈ ਹੈ ਮੇਰੇ ਕੋਲੋਂ। ਕੀ ਵਿਗੜ ਗਈ ਆ? ਜ਼ਿੰਦਗੀ। ਕੀ ਵਿਗੜ ਗਈ ਹੈ ਜੀ? ਜ਼ਿੰਦਗੀ। ਮੈਂ ਆਪਣਾ ਜੀਵਨ ਵਿਗਾੜ ਲਿਆ ਵਾ। ਕਿੱਦਾਂ ਵਿਗਾੜ ਲਿਆ ਵਾ? ਸੀਲ ਮਿੱਠਾ ਸੁਭਾਅ, ਧਰਮ ਮੇਰੇ ਕੋਲ ਧਰਮ ਹੈ ਨਹੀਂ। ਧਰਮ ਕੀ ਹੁੰਦਾ? ਤੁਸੀਂ ਅੱਜ ਵੇਖਿਓ ਆਮ ਨਾ, ਇੱਕ ਸਾਡੇ ਸਮਾਜ 'ਚ ਕੁਐਸਚਨ ਬਹੁਤ ਦੌੜਦਾ, ਕਿ ਧਰਮ ਜ਼ਰੂਰੀ ਹੈ? ਜਿਹੜਾ ਇਨਸਾਨ ਇਹ ਕੁਐਸਚਨ ਕਰਦਾ ਨਾ ਵੀ ਧਰਮ ਜ਼ਰੂਰੀ ਹੈ, ਇਹਦਾ ਮਤਲਬ ਉਹਨੂੰ ਧਰਮ ਦੀ ਅਸਲੀ ਡੈਫੀਨੇਸ਼ਨ ਦਾ ਨਹੀਂ ਪਤਾ ਵੀ ਧਰਮ ਦਾ ਮੀਨਿੰਗ ਕੀ ਹੈ। ਉਹਦੇ ਮੁਤਾਬਕ ਧਰਮ ਹੈ ਕੋਈ ਚਿੰਨ੍ਹ ਧਾਰਨ ਕਰਨੇ, ਕੋਈ ਪਹਿਰਾਵਾ ਪਾਉਣਾ, ਧਰਮੀ ਹੋਣਾ। ਨਹੀਂ ਨਹੀਂ ਨਹੀਂ, ਧਰਮ ਇਹ ਨਹੀਂ ਹੈ। ਹੁਣ ਗੁਰੂ ਗ੍ਰੰਥ ਸਾਹਿਬ 'ਚੋਂ ਪੜ੍ਹੋ ਧਰਮ ਕੀ ਹੈ। ਸਗਲ ਧਰਮ ਮੈਂ, ਸਾਰੇ ਬੋਲੋ ਸਗਲ ਧਰਮ ਮੈਂ ਹਰ ਕੋ ਨਾਮ ਜਪ। ਹੁਣ ਆਪਾਂ ਸਾਰੇ ਗ੍ਰਸਤੀ ਬੈਠੇ ਹਾਂ। ਕੀ ਮਾਂ ਬਾਪ ਚਾਹੁੰਦੇ ਨੇ ਸਾਡਾ ਬੱਚਾ ਲਾਲਚੀ ਹੋਵੇ ਕਿ ਸਬਰ ਵਾਲਾ ਹੋਵੇ? ਇਮਾਨਦਾਰੀ ਨਾਲ ਸੋਚੋ, ਕੀ ਚਾਹੁੰਦੇ ਜੀ ਮਾਂ ਬਾਪ? ਭਲਾ ਲਾਲਚੀ ਹੋਵੇ ਕਿ ਸੰਤੋਖ ਵਾਲਾ ਹੋਵੇ? ਓਕੇ। ਕੀ ਮਾਂ ਬਾਪ ਇਹ ਚਾਹੁੰਦੇ ਸਾਡਾ ਬੱਚਾ ਕ੍ਰੋਧੀ ਹੋਵੇ ਕਿ ਨਿਮਰਤਾ ਵਾਲਾ ਹੋਵੇ? ਸਾਡੇ ਬੱਚੇ ਵਿੱਚ ਕਠੋਰਤਾ ਹੋਵੇ ਕਿ ਦਇਆ ਹੋਵੇ? ਦਇਆ ਹੋਵੇ।
साडा बच्चा लोगों नाल ठगियां मार के लैके आवे कि नहीं किसी का भला करे, मैनूं खुशी होंदी है, भला करे। तो आ जिहड़े तुसीं गुण आपे कहंदे हो ये चाहिए, इहो ही धर्म है। हुण कोई नहीं चाहुंदा ये चीज़ कि मेरे बच्चे च ना होवे। तुसीं अपने बच्चे नूं पॉकेट मनी दित्ती भी पुੱਤ आ 2000 4000 5000 अपने कोल रख, तुहानूं आण के तुहाडे बच्चे ने आपे दस्सिया अपने मूँह भी डैडी मेरा दोस्त सी, उहदा पिता बीमार सी, मैं उहदे वास्ते 1500 2000 की मैडिसन लैके दित्ती है। तुहाडा मत्था चुम्मण नूं जी नहीं करूगा अपने पुੱਤ दा? तुहाडा दिल नहीं करूगा कि मैं घुट के अपने पुੱਤ नूं जफ्फी पावां, ओ मेरे बच्चिया तू तो कमाल का काम कर दिता। अज तुसीं एक नींह लाती, तुसीं एक पौधा ला दिता, एक बूटा लाता, एक बीज दिता कि तुहाडा बच्चा अज चंगे संस्कार लैके पढ़ रहा। उन्होंने पता, उन्होंने इन्नी सेंस है कि जे मेरे दोस्त का बाप बीमार है, वह मातड़ है, गरीब है, तो मैं उन्होंने कहा लै तू मैडिसन का प्रबंध। मेरा दोस्त सी नाल पढ़दा सी, उहदे कोल 2 किताबां घट सी, मैं कहा लै आ तू, मैं अपनी पॉकेट मनी विचों उन्होंने 2 किताबां लैके दित्तियां। किते किताबां दे कारण, किसी कापी डायरी के कारण तू सबजैक्ट विचों पिछे ना रह जाए। तुहानूं खुशी होएगी ना, बोल के दस्सिओ जी। वो जिहड़ी खुशी तुहानूं उस वक्त होनी है ना, तुसीं शिमले घुम आओ, तुसीं डैलोजी चले जाओ, तुसीं जिथे मर्जी घुम आओ, वो सुकून तुहानूं उत्थे जाके प्राप्त नहीं होना जिहड़ा तुहाडे जिंदगी च तुहाडे पुੱਤ ने, तुहाडी धी ने ही तुहानूं आण के घर दस्सिया कि मम्मी जी तुसीं जिहड़ा मैनूं होस्टल च पढ़दिआं खर्चा दित्ता सी, उहदे विचों मेरी एक फ्रेंड सी पढ़ना चाहुंदी सी पर उहदे माँ बाप कोल इहदी समर्था नहीं सी, मैं इस वार इस सबजैक्ट दियां उहनूं 2-4 हज़ार दियां किताबां लैके दित्तियां ने। तुहाडे धोर अंदरों तक तुहानूं खुशी होएगी कि मैं चंगे संस्कार दे के अपने बच्चों नूं पाल रहा। चंगे संस्कार दे के बच्चों नूं पालण वाला इंसान दुनिया का सब तो अमीर, जदों दुनिया पे अमीरी की गल आएगी तो गुरु गोबिंद सिंह महाराज के बराबर किसी का कद नहीं है। गुरु गोबिंद सिंह महाराज जी के मुकाबले का कद संसार से तुहानूं किसी बाप के कोलों नहीं मिलेगा कि इन्हें कमाल के संस्कार, इन्हें कमाल की उन्होंने गुड़ती दी। तुसी बच्चे ने तुहाडे कोल जिद की डैडी मैं मोबाइल लेना, तुसी क्या मैं पुत्र आपे लेना, पैसे दिते, बच्चे ने थोड़ा जा सस्ता मोबाइल ले लिया पर उस पैसे नाल उन्हें किसी लोड़वंद की हैल्प कर दी, तुहानूं अंदरों धुरता खुशी होएगी। ये बीजन की लोड़ है सानूं समाज दे विच कि बंदा दुनिया तो चला जाए, लोग मान करन ये फलाने का पुत्र है बई, ये फलाने की पोतरी है बई। बंदा जिउंदा दोनों कम्मां करके, चंगे कम्मां नाल भी जिउंदा है, याद दुनिया चंगियां कम्मां नूं भी करदी है, याद लोग माड़ियां कम्मां नूं भी करदी। मैं किन्ना च अपना नाम लिखाउणा ये मेरे कोल मेरे मन की अपनी मर्जी है। हुण इत्थे भगत कबीर जी कहते हैं राख लेवो रख लवो, ये नहीं क्या तुसी विगाड़ दी। अज तो बलेम किया जा रहा है, बच्चा कहता माँ बाप नूं तुसी मेरी जिंदगी तबाह कर दी है। औरत मर्द नूं कह रही है, मर्द औरत नूं कह रहा, भरा भरा नूं कह रहा है। ना 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 जी, कौन किसी की जिंदगी तबाह कर सकता है? जिम्मेवार तू खुद आप है। कई बार स्टूडेंट कहता टीचर नूं तुसी मेरी जिंदगी तबाह करती है, तो लागे बैठा एक स्टूडेंट उस स्कूल च पढ़ के ही टॉप कर रहा है, उन्हें किदां अपनी जिंदगी सवार ली जी? वास्तव ये सी वो पढ़ना चाहता सी, तू पढ़ना नहीं सी चाहता। जिन्होंने पढ़ना होंदा, जिन्हें सीखना होंदा, बुत बना के भी शास्त्र विद्या सीख लेंदे ने। जिन्हें कुछ सीखना होंदा वो टीचर नूं सामने बिठा के दूर बैठे भी, जिन्होंने तुसीं वेखो आ क्लासां विच जिन्हें पढ़ना होंदा, एक 10 मिनट किते टीचर लेट हो जाए, एक स्टूडेंट अपनी उन्हें 10 मिनटों भी स्टडी कर रहे, दूजा बहाना मारदा जी वो तो टीचर नहीं आया, उन्हें सबजैक्ट मैनूं पढ़ाया ही नहीं। ये तो अपने आप पर डिपेंड करता मैं की करना चाहना। जिन्हें पढ़ना, पुराने समय च लाइट तो कल दी गल्लां ने, 1960 की गल है जो लाइट, उस तो पहलों दी गल्लां करो तुसीं, जो दीवे बाल के लोग पढ़ते सी। बजुर्गों को तो पता है नासा कालियां हो जांदियां सी, जिहड़े पुराने बजुर्ग अपने पढ़े ने, जिन्हां ने मेहनत करके भी। तुसीं कई सधारण परिवारों के बच्चे वेखे होने ने, नाल बापू नाल खेतां च काम भी कराउणा है। ऐसियां ऐसियां धीआं जिहड़ियां अपनी माँ के नाल लोकां दे घर सफाइयां करन भी जांदी है ते घर आण के पढ़दी भी है, अगली IPS क्लीयर कर गई है। तो एक वो बच्चे जिन्होंने असीं फुल सहूलतां दिंदे आ, उन्होंने असीं AC ला के दिंदे, असीं उन्होंने किताबां लै के दिंदे, असीं फुल सहूलतां दिंदे। एक गल बंदे तेरे आप इदां ही सेम जिंदगी है। जिन्हें नहीं चंगे काम करने
ਉਹਨੇ ਚੰਗੀਆਂ ਸਹੂਲਤਾਂ ਵਿੱਚ ਵੀ ਨਹੀਂ ਕਰਨੇ। ਜਿਨ੍ਹਾਂ ਨੂੰ ਚੰਗੇ ਕੰਮ ਕਰਨ ਦੀ ਆਦਤ ਪਈ ਹੁੰਦੀ ਹੈ, ਹੱਥ 'ਤੇ 2 ਪ੍ਰਸ਼ਾਦੇ ਹੋਣ, ਉਹ 'ਚੋਂ ਵੀ ਉਹ ਦੂਜੇ ਨੂੰ ਖਵਾ ਕੇ ਖੁਸ਼ੀ ਮਹਿਸੂਸ ਲੈ ਜਾਂਦਾ ਹੈ। ਲੰਗਰ ਦਾ ਅਰਥ ਕਿਤੇ ਖੀਰਾਂ ਪ੍ਰਸ਼ਾਦੇ ਥੋੜ੍ਹਾ ਹੁੰਦੇ ਨੇ। ਕਿਸਾਨੀ ਅੰਦੋਲਨ ਦੀ ਇੱਕ ਘਟਨਾ ਦੱਸਦਾ, ਤੁਸੀਂ ਹੈਰਾਨ ਹੋ ਜਾਓਗੇ। ਦਰਬਾਰ ਸਾਹਿਬ ਦੇ ਰਾਗੀ ਸਾਰੇ ਇਕੱਠੇ ਹੋ ਕੇ ਜਦੋਂ ਕਿਸਾਨੀ ਅੰਦੋਲਨ 'ਚ ਆਪਣੀ ਹਾਜ਼ਰੀ ਲਵਾਉਣ ਆਏ, ਸੰਯੁਕਤ ਮੋਰਚੇ ਦੀ ਸਟੇਜ 'ਤੇ ਜਦੋਂ ਪਹੁੰਚੇ, ਤੇ ਉਹਨਾਂ ਸੰਯੁਕਤ ਮੋਰਚੇ ਦੀ ਸਟੇਜ ਤੋਂ ਪਹੁੰਚਣ ਤੋਂ ਪਹਿਲਾਂ ਇੱਕ ਪਾਣੀਪਤ ਸੋਨੀਪਤ ਦੇ ਲਾਗੇ ਇੱਕ ਘਟਨਾ ਵਾਪਰੀ ਉਹਨਾਂ ਨਾਲ, ਜਿਹੜੀ ਉਹਨਾਂ ਨੇ ਸਟੇਜ 'ਤੇ ਸੁਣਾਈ, ਬਾਕਮਾਲ। ਇੱਕ ਬਜ਼ੁਰਗ ਹਰਿਆਣੇ ਦਾ ਮਾਤੜ ਜਿਹਾ ਬੰਦਾ 2-2.5 ਕਿਲੋ ਮੂੰਗਫਲੀਆਂ ਲੈ ਕੇ ਨਾ ਇੱਦਾਂ ਰੋਡ 'ਤੇ ਖਲੋਤਾ ਹੈ, ਅਤੇ ਇਹਨਾਂ ਦੀ ਗਾੜੀ ਹੱਥ ਕਰ ਰਿਹਾ ਇੱਦਾਂ ਵੀ ਗੱਡੀਆਂ ਖਿਲਾਰੋ। ਇਹ ਸਾਰੇ ਇਕੱਠੇ ਹੋ ਕੇ ਜਦੋਂ ਜਾ ਰਹੇ ਸੀ ਹਾਜ਼ਰੀ ਲਵਾਉਣ, ਤਾਂ ਉਹਨਾਂ ਪੁੱਛਿਆ, ਬਾਪੂ ਜੀ ਇਹ ਕੀ ਆ? ਕਹਿੰਦੇ ਮੂੰਗਫਲੀ ਦਾ ਲੰਗਰ ਹੈ। ਬਾਪੂ ਜੀ ਇਹ ਤਾਂ ਥੋੜ੍ਹੀ ਜਿਹੀ ਹੈ। ਕਹਿੰਦਾ ਮੇਰੇ ਕੋਲ ਪੈਸੇ ਇੰਨੇ ਸੀ। ਅਗਲੇ ਦੀ ਸਮਰੱਥਾ ਵੇਖੋ, ਸ਼ਰਧਾ ਵੇਖੋ। 2-2.5 ਕਿਲੋ ਮੂੰਗਫਲੀ ਬਾਜ਼ਾਰੋਂ ਲੈ ਕੇ, ਅਤੇ ਉਹ ਇਹ ਕਹਿੰਦਾ ਮੈਂ ਜਿਹੜੇ ਇੱਥੇ ਕਿਸਾਨੀ ਅੰਦੋਲਨ 'ਚ ਹਾਜ਼ਰੀ ਲਵਾਉਣ ਆ ਰਹੇ, ਮੈਂ ਉਹਨਾਂ ਵਾਸਤੇ, ਬੋਲੋ ਸਾਰੇ ਜੀ, ਲੰਗਰ ਲਾ ਕੇ ਬੈਠਾ। ਹੁਣ ਜੋ ਉਹਦੇ ਕੋਲ ਹੈਗਾ ਸੀ ਉਹਨੇ ਲਾਤਾ। ਗੱਲ ਤਾਂ ਆਹ ਸੀ ਨਾ। ਅਤੇ ਕਈ ਵਾਰੀ ਬੰਦੇ ਕੋਲ ਸਭ ਕੁਝ ਹੋਣ ਤੋਂ ਬਾਅਦ ਵੀ, ਕਈ ਵਾਰੀ ਬੰਦੇ ਦੇ ਘਰ ਗੱਡੀਆਂ ਖਲੋਤੀਆਂ ਹੁੰਦੀਆਂ ਨੇ। ਕੋਈ ਲੋੜਵੰਦ ਕਹਿੰਦਾ ਜੀ ਹੌਸਪੀਟਲ ਮਰੀਜ਼ ਪਹੁੰਚਾਉਣਾ, ਬੰਦਾ ਕਹਿੰਦਾ ਜੀ ਘਰ ਸਾਧਨ ਹੈ ਨਹੀਂ, ਅਤੇ ਇੱਕ ਰਿਕਸ਼ੇ ਵਾਲਾ ਕਹਿੰਦਾ ਜੀ ਮੈਂ ਆਪਣੇ ਰਿਕਸ਼ੇ 'ਤੇ ਲੈ ਚੱਲਦਾ, ਪੈਸਾ ਵੀ ਕੋਈ ਨਹੀਂ ਲੈਂਦਾ। ਅਮੀਰ ਕਿਹੜਾ ਹੋਇਆ ਦੋਵਾਂ 'ਚੋਂ? ਲੋਕਾਂ ਨੇ ਕਹਿਣਾ ਗੱਡੀਆਂ ਵਾਲਾ ਅਮੀਰ ਹੈ, ਪਰ ਜੇ ਤੁਸੀਂ ਨੇਚਰ, ਕੁਦਰਤ ਦੇ ਮੁਤਾਬਕ ਵੇਖੋਗੇ, ਰਿਕਸ਼ੇ ਵਾਲਾ ਸਾਰਿਆਂ ਨੂੰ ਗਰੀਬ ਕਰ ਗਿਆ। ਜੋ ਹੈਗਾ ਸੀ ਉਹਨੇ ਉੱਤੇ ਨਿਸ਼ਾਵਰ ਕਰਤਾ ਵੀ ਆਹ ਹੈ ਮੇਰੇ ਕੋਲ, ਤੇ ਭਾਈ ਮੇਰੇ ਕੋਲ ਤੇ ਆਹ ਹੈ। ਜ਼ਿੰਦਗੀ ਵਿੱਚ ਗੁਰੂ ਸਾਹਿਬ ਜੀ ਨੇ ਅਮੀਰੀ ਦੀ ਜਦੋਂ ਗੱਲ ਕੀਤੀ, ਉਹ ਇਨਸਾਨ ਦੇ ਮਨ ਦੀ ਗੱਲ ਕੀਤੀ ਹੈ। ਜੋ ਤਗੜਾ ਹੋ ਕੇ ਰਾਖ ਲਵੋ ਹਮ ਤੇ ਬਿਗੜੀ, ਰੱਖ ਲਵੋ, ਬਚਾ ਲਓ, ਮੇਰੇ ਕੋਲੋਂ ਵਿਗੜ ਗਈ ਆ। ਕੀ? ਮੇਰੀ ਜ਼ਿੰਦਗੀ। ਸੀਲ, ਮੇਰੇ ਕੋਲ ਮਿੱਠਾ ਸੁਭਾਅ ਨਹੀਂ ਹੈਗਾ। ਸੀਲ, ਧਰਮ, ਮੇਰੇ ਕੋਲ ਧਰਮ ਨਹੀਂ ਹੈਗਾ। ਧਰਮ ਕੀ ਆ? ਆਪਣੀ ਡਿਊਟੀ, ਆਪਣਾ ਫਰਜ਼। ਜਿਵੇਂ ਆ ਮਾਈਕ ਦਾ ਧਰਮ ਕੀ ਹੈ? ਜੋ ਇੱਥੋਂ ਇਹਨੂੰ ਜਿਸ ਕੰਮ ਲਈ ਇਹਨੂੰ ਲਾਇਆ ਗਿਆ, ਆਪਣੀ ਡਿਊਟੀ ਨਿਭਾਈ ਜਾਂਦਾ, ਆਪਣੀ ਜਗ੍ਹਾ 'ਤੇ ਲੱਗਾ ਹੋਇਆ। ਜੇ ਹੁਣ ਇਹ 'ਚ ਪ੍ਰੋਬਲਮ ਆ ਗਈ, ਇਹਨੇ ਆਪਣੀ ਡਿਊਟੀ ਨਾ ਨਿਭਾਈ, ਇਹਨੂੰ ਚੁੱਕ ਕੇ ਸਾਈਡ 'ਤੇ ਕਰ ਦੇਣਾ। ਹੁਣ ਇਹ ਕਹੇ ਜੀ ਮੈਂ ਇੱਥੇ ਮੈਨੂੰ ਲਿਆਓ, ਇਹਨੂੰ ਇਹ ਡਿਊਟੀ ਨਿਭਾਉਣੀ ਪੈਣੀ ਹੈ, ਤਾਂ ਇੱਥੇ ਆਏਗਾ। ਟੀਚਰ ਦਾ ਧਰਮ ਕੀ ਹੈ ਸਕੂਲ ਵਿੱਚ ਭਲਾ? ਬੋਲੋ ਜੀ, ਬੋਲੋ ਭਾਈ। ਪੜ੍ਹਾਉਣਾ ਕਿ ਸਵਾਟਰ ਬੁਣਨਾ? ਮੰਨ ਲਓ ਜੇ ਕੋਈ ਲੇਡੀ ਟੀਚਰ ਹੋਵੇ, ਉਹਦਾ ਸਵਾਟਰ ਬੁਣਨਾ ਧਰਮ ਹੈ ਉੱਥੇ। ਜਿਹੜੇ ਟਾਈਮ ਉਹਨੂੰ ਪੜ੍ਹਨ ਦੀ ਸਰਕਾਰ ਤਨਖਾਹ ਦੇ ਰਹੀ ਹੈ, ਉਹ ਕਹੇ ਜੀ ਮੈਂ ਤਾਂ ਆਪਣਾ ਸਵਾਟਰ ਬੁਣ ਰਹੀ ਹਾਂ। ਜੇ ਟੀਚਰ ਹੋ, ਮੈਂ ਆਪਣਾ ਪੇਪਰ ਪੜ੍ਹ ਰਿਹਾ। ਪੇਪਰ ਘਰ ਪੜ੍ਹ ਕੇ ਆ ਸਵੇਰੇ ਸਕੂਲ ਆਉਣ ਤੋਂ ਪਹਿਲਾਂ। ਡਾਕਟਰ ਸਾਹਿਬ ਤੁਹਾਨੂੰ ਪੇ ਮਿਲਦੀ ਹੈ, ਤੁਹਾਨੂੰ ਤਨਖਾਹ ਮਿਲਦੀ ਹੈ ਮਰੀਜ਼ਾਂ ਦਾ ਇਲਾਜ ਕਰਨ ਲਈ। ਤੁਹਾਡਾ ਫਰਜ਼ ਬਣਦਾ ਤੁਸੀਂ ਆਪਰੇਸ਼ਨ ਥੀਏਟਰ ਵਿੱਚ ਪਹੁੰਚੋ, ਤੁਸੀਂ ਉੱਥੇ ਇਕੱਲੇ ਮਰੀਜ਼ ਨੂੰ ਚੈੱਕ ਕਰੋ ਹੌਸਪੀਟਲ ਦੇ ਵਿੱਚ। ਤੁਹਾਡਾ ਧਰਮ ਇਹ ਹੈ। ਜਿੱਦਣ ਹਰ ਬੰਦਾ ਆਪਣੀ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਲੱਗ ਪਿਆ, ਇਹ ਸੰਸਾਰ 'ਤੇ ਐਡਾ ਸੋਹਣਾ ਬੈਕੁੰਠ ਬਣ ਜਾਣਾ। ਇਹ 'ਤੇ ਕਿਸੇ ਦਾ ਗਲ 'ਚ ਰੱਸਾ ਪਾ ਕੇ ਫਾਹ ਲੈਣ ਨੂੰ ਜੀ ਕਰਨਾ ਹੀ ਨਹੀਂ। ਉਹਨੇ ਕਹਿਣਾ ਦੁਨੀਆ ਐਡੀ ਕਮਾਲ ਦੀ ਛੱਡ ਕੇ ਮੈਂ ਕਿਉਂ ਜਾਵਾਂ ਬਾਈ? ਜਿਹੜੇ ਇੱਥੇ ਕਿਹਾ ਜਾ ਰਿਹਾ ਮੇਰਾ ਮਰਨ ਨੂੰ ਜੀ ਕਰਦਾ, ਮੈਂ ਦੁਨੀਆ ਤੋਂ ਅੱਕ ਗਿਆ, ਇਹਦਾ ਅਰਥ ਅਸੀਂ ਵਿਗਾੜਤਾ। ਅਸੀਂ ਦੁਨੀਆ ਨੂੰ ਇੰਨਾ ਗੰਦਾ ਕਰ ਦਿੱਤਾ, ਇੱਥੇ ਰਹਿਣ ਨੂੰ ਜੀ ਨਹੀਂ ਕਰਦਾ ਕਿਸੇ ਦਾ। ਕਤਲ ਕਰਨਾ, ਸਿੱਧਾ ਕਿਸੇ ਦੇ ਚਾਕੂ ਮਾਰ ਦੇਣਾ, ਕੋਈ ਗਨ ਲੈ ਕੇ ਕੰਨ ਦੇ ਉੱਤੇ ਰੱਖ ਦੇਣੀ, ਇਹੋ ਕਤਲ ਨਹੀਂ ਹੁੰਦਾ। ਸਿਸਟਮ ਐਸਾ ਬਣਾ ਦੇਣਾ ਕਿ ਤੁਹਾਡੇ ਸਿਸਟਮ ਤੋਂ ਤੰਗ ਆ ਕੇ ਕੋਈ ਆਪਣੇ ਜੀਵਨ ਲੀਲਾ ਖਤਮ ਕਰ ਲਵੇ, ਇਹ ਵੀ ਤਾਂ ਮਰਡਰ ਹੀ ਹੈ, ਇਹ ਵੀ ਤਾਂ ਕਤਲ ਹੀ ਹੈ। ਤੁਸੀਂ ਮਾਹੌਲ ਐਸਾ ਬਣਾ ਦਿਓ ਕਿ ਜਿਹੜੇ ਬੰਦੇ ਨੇ 4 ਸਾਲ ਹੋਰ ਕੱਢਣੇ ਸੀ, ਉਹ ਪਹਿਲਾਂ ਹੀ ਆਪਣੀ ਜੀਵਨ ਲੀਲਾ ਖਤਮ ਕਰ ਲਵੇ। ਰਾਖ ਲਵੋ ਹਮ ਤੇ ਬਿਗੜੀ, ਸੀਲ, ਮਿੱਠਾ ਸੁਭਾਅ, ਧਰਮ, ਜਪ, ਭਗਤ ਦੇ ਤੱਤੇ ਨੂੰ ਸਿਹਾਰੀ ਹੈ। ਇਹਦਾ ਮੀਨਿੰਗ ਭਗਤੀ, ਇਬਾਦਤ, ਗੁਣ। ਭਗਤ ਨਾ ਕੀਨੀ, ਹਾਂ ਅਭਿਮਾਨ, ਟੇਢ ਪਗੜੀ। ਮੈਂ ਹੰਕਾਰ 'ਚ ਟੇਢਾ ਰਸਤਾ ਫੜ ਲਿਆ। ਕਈ ਵਾਰੀ ਨਾ ਬੰਦਾ ਆਪਣੀ ਈਗੋ ਕਰਕੇ, ਪਤਾ ਹੁੰਦਾ ਵੀ ਜਿਹਨੇ ਆਹ ਰਸਤਾ ਦੱਸਿਆ ਸਹੀ ਆ, ਪਰ ਅਗਲਾ ਕਹਿੰਦਾ ਜੇ ਮੈਂ ਇਹ ਰਸਤੇ ਤੁਰ ਪਿਆ ਇਹ ਸਹੀ ਹੋ ਜਾਣਾ, ਮੈਂ ਗਲਤ ਹੋ ਜਾਣਾ, ਇਸ ਕਰਕੇ ਮੈਂ ਇਹਦੇ ਆਖੇ, ਬੋਲੋ ਸਾਰੇ, ਲੱਗਣਾ ਹੀ ਨਹੀਂ। ਕਿਉਂ? ਮੈਂ ਇਹਨੂੰ ਸਹੀ ਨਹੀਂ ਹੋਣ ਦੇਣਾ। ਇਹ ਕਿੱਦਾਂ ਸਹੀ ਹੋ ਜੂ? ਇਸ ਕਰਕੇ ਮੈਂ ਕੀ ਕਰਨਾ, ਮੈਂ ਟੇਢੇ ਰਸਤੇ ਤੁਰੂ। ਅਤੇ ਬਹੁਤਿਆਂ ਲੋਕਾਂ ਨੇ ਆਪਣੀਆਂ ਘਰ ਤਬਾਹ ਕਰ ਲਏ ਇਹਨਾਂ ਗੱਲਾਂ 'ਤੇ, ਕਿਉਂਕਿ ਈਗੋ ਬਹੁਤ ਵੱਡੀ ਪ੍ਰੋਬਲਮ ਹੈ ਜਿਹੜੀ ਇਨਸਾਨ ਨੂੰ ਜ਼ਿੰਦਗੀ ਵਿੱਚ, ਜੇ ਜ਼ਿੰਦਗੀ ਵਿੱਚ ਇਨਸਾਨ ਦੇ ਸਭ ਤੋਂ ਵੱਡੀ ਰੁਕਾਵਟ ਹੈ ਨਾ, ਸਭ ਤੋਂ ਵੱਡੀ,
सब तो वड्डी जिहड़ी इहनूं कई वारी ना इहदी प्रमोशन हो रही हुंदी, इहने अहुदे ते पहुंचना हुंदा, पर इहदी ईगो इहनूं थल्ले लै आउंदी। गुरु साहब ने बा कमाल, ते जिहड़ा हौमे दा रोग है ये सिर्फ इंसान दे हिस्से आया, ये किसी पशु पंछी च नहीं हैगा। हौमे रोग मानो को दीना, घर बैकुंठ बन जाएंगे। मैं एक सौखी जी एग्जाम्पल देना, आप अपने पुत्र का आनंद कारज किया, नौ विआही घर आई, जे आउंदियां सारा परिवार जिन्ने भी बैठे आप इन्ना कह दे, सस कह दे, सहुरा कह दे, पुत्र तुसीं पढ़े लिखे जे, असीं तुहाडे जिन्नी एजुकेशन नहीं हैगी, तुसीं एक काम करियो, जे सानू किसी गल का नहीं पता होएगा तुसीं सानू सुझाव दे दिओ। ते लड़की पढ़ी लिखी आण के ये गल कह दे, मम्मी जी मैं पढ़ी हाँ, मैनू किचन में हो सकता तुहाडे जिन्ना समान ना बनाउणा आउंदा होवे, जिथे मैनू किसी वस्तु का ना पता लगे तुसीं मैनू दस दिओ, आपां रल के घर नूं बैकुंठ बनाउणा। जे औरत मर्द नूं कह दे जिथे मैं गलत हाँ मैनू समझा दी, तो औरत कह दे जिथे मैं गलत हाँ मैनू समझा दिओ। दसो जी ऐसे घर नूं कोई पाड़ सकदा? ऐसे घर च कदी कोई कंध हो सकती है? बोलो बोलो गुरु के प्यारे। जिथे दिमाग च ये गल आ गई मैं सही हाँ दूजा गलत है, सवाल नहीं पैदा होंदा तुहाडा घर तरक्की करे। ये गल्लां गुरु ग्रंथ साहिब च लिखियां ने, निमन सो अखर खवण गुण जेबा मणियां मंत, ये त्रै भैणे वेस काहदे लई करीदा, शिंगार काहदे लई करीदा? खुश कर लई ना, दूजे नूं चंगा लगे। बंदा अपने तन नूं अपने शिंगार अपने लिए नहीं करता, जे अपने लिए करता होवे बंदा घर क्यों ना शिंगार करे? कल्ला बैठा है, भावें औरत है भावें मर्द है, बंदा दूजे लिए घर तो साडा उही है, घर असीं अपने लिए शिंगारदे नहीं। जदों विआहां शादियां हुंदियां ने किदां असीं पेंट कराउने आ, किदां असीं डेकोरेशन करदे आ, जे असीं अपने लिए करना अगों पिछों क्यों नहीं करते? सानूं पता 4 गेस्ट आने ने, कोई लंघदा राही रिश्तेदार आएगा, साढ़े दरवाजे साड़ियाँ खिड़कियाँ साड़ा सब कुछ वेख के वह मन प्रसन्न होएगा। ईवन इतों तक असी वो इंसान हाँ, घर बैठे होंगे सिंपल कपड़े पाए होंगे, एकदम असी घरों बाहर जाना होवे नाल ही असी कपड़े चेंज करते हैं। जे मैं अपने लिए किए मैं घर क्यों नहीं किए? शिंगार मैं दूजे लिए कर रहा हूँ, मैं घर क्यों नहीं पग बांधदा? पता मैं कल्ला बैठा हूँ, जो मैं बाहर जाना मैं दस्तार बधी है, मैं सोहना लगा, मैं सोहने कपड़े पावां, पता लगे। सेम इदा ही जिदन मैं जे बाहरी तौर पर शिंगार संसार नहीं करदा, जिदन मैं मन का शिंगार भी संसार नहीं कर रहा, तो साढ़े बोलन ना साढ़े तुरना संसार च विगाड़ नहीं पैदा होएगा। बड़ी दुनिया खूबसूरत बन जाएगी जिदन असी गुरु साहब जी की विचारधारा इंज समझिया भी निमन सो अखर खमण गुण जेबा मणियां मंत, ये त्रै भैणे वेस कर तां बस। ये वेस कला औरत ने नहीं करना, शिंगार कला औरत लिए नहीं मर्द लिए भी है। औरत मिठा बोले मर्द भी मिठा बोले। ये देश की सभ्यता ऐसी बनाता भी औरत नूं बार बार कहा गया तेरे लिए पति परमेश्वर है, भावें अत दा माड़ा होवे, मर्द वास्ते भी है कि जिन्हें परिवार छड्डिया तेरे बदले 20-25-30 साल जिस परिवार च पली है। आप सारे परिवारों वाले जो धी घरों तोरी दी है पुछ के वेखो उस माँ बाप नूं, कोई सौखा काम थोड़ा है किते। मावां रोंदियां ने, अपने घर का जी तोड़ना इन्ना सौखा काम थोड़ा है। जिदन सानू रिश्तियां की कदर करनी आ गई बड़ा संसार सोहना बनेगा। अजे तो एडे जो असीं पढ़ते ना, 7 संतोख भाओ कुड़म कुड़माई आया बलराम जी, हो 7 संतोख भाओ। किसी भी रिश्ते दियां जिहड़ी नहीं है वह 3 चीज़ां ते है, 7 करैक्टर, संतोख ते भाओ प्यार। फिर कुड़मां की जफ्फी पाउण का नज़ारा वखरा होएगा। फिर जो कुड़म कुड़म जफ्फी पाउणगे ना, उन्हें मुंदरी थोड़ा वेखनी भी मैंने मुंदरी किहड़ी पाई है, उन्हें कहना तू मेरा भरा वा। कई कुड़म ऐसे एक कार जा रहे आ, इंज लगता जिवें दोस्त ने, फ्रेंड ने पाई, ये लड़की का बाप है लड़के का बाप है। इन्नी सांझ है, इन्नी अपनाप है। तो जिथे लालच आ जाए भी इतों मुंदरी मिलेगी, इतों कार मिलेगी, इतों इन्ना दहेज मिलेगा। अज भी संसार ते दाज के कारण किन्नियां धीआं बली चढ़ रही ने, अंदाजा ला के तो वेखो एक बार तो वेखो संसार कितों तुरिया। तो जे अज जिंदगी का विगाड़ पैदा हो, जे अज साडी विआही हुई नूंह साडे घर नहीं हैगी, तो कसूरवार मनो भी ये मैं किते ना किते जिम्मेवार हाँ, मैनू नहीं घर सामना आया। भावें वह पति है, भावें सस है, भावें सहुरा है, भावें परिवारक मैंबर ने, तो किते ना किते औरत भी मने शायद मेरे को ही रखना नहीं आया,
मैं ही नहीं अपना सुभाਅ चेंज कर पाई। किसी को कसूरवार ना ठहराओ भी कोई कर गया, कोई नहीं कर सकता। तुसी सही हो, तुहाडे घर च कोई गवांढी आण के दखल दे सकदा जी जे आपां सही हाँ तो। बस इदां समझो गुरु साहब जी ने जिहड़ी इत्थे गल कही है, बंधना हर बंधना, बंधना का अर्थ है नमस्कार किहनूं, हरी नूं नमस्कार। गुण गावो, गुण गाउण का अर्थ की है, उन्हां गुणां नूं जीउणा। जिवें आपां रात गल कीती सी, अपने जीवन चों गुण प्रगट करने ही गुणां नूं गाउणा है। बंधना हर बंधना, गुण गावो गोपाल राय, गोपाल राय दे गुण गाओ। अच्छा संसार ते किसी बंदे नूं लालच हो सकदा कोई मेरे गुण गावे, मेरी वडियाई करे। रब नूं भी लालच है कि मेरी को वडियाई करे। उहदे बारे ते बाणी च कहता, बहुता कर्म लिखिया ना जाए, वड्डा, सारे बोलो, वड्डा दाता तेल। तेल किन्ना कुंदा भला, इदां चुटकी भरीए ना इदां तो कई तिलों के दाने अपनी चुटकी जा जाएंगे। तिल जिन्नी भी तमा नहीं है, तमा कहते लालच नूं, तिल जिन्ना भी कई बार बंदे नूं हुंदा ना लालच कि मेरी को वडियाई करे, चार बंदे खलोते होण ते मेरी तारीफ करन। रब नूं भी इदां हैगा, कहंदे बहुता कर्म लिखिया ना जाए, वड्डा दाता तेल। तेल ना तमाए, तिल जिन्नी भी उन्होंने तमा नहीं हैगी। फिर जे तमा ही नहीं हैगी फिर मैं वडियाई करदा क्यों? ये मैं वडियाई उहदे लई नहीं करदा, ये वडियाई मैं अपने आप नूं सवारन लई करदा कि हे मेरे मालक मेरे विच गुण आ जाण, मैं तुहाडे वर्गी चंगियाई अपने च पैदा कर सकां। विण गुण कीते भगत ना होए, गुणा तो बिना इबादत नहीं, गुणा नूं पैदा करना ही इबादत है। हुण एग्जाम्पल देण लगा, जिहड़ा विद्यार्थी है क्लास में जाके अपने लिए पढ़दा कि टीचर लिए पढ़दा जी? भला वो कभी टीचर नूं कह सकदा जी मैं इन्ना पढ़ के आया? वो कहेगा काका अपने लिए पढ़े। कई बार पढ़ाउण वाला टीचर उत्थे हुंदा, उहदे तो पढ़न वाला उच्चे अहुदे ते बैठा हुंदा, उच्चे अहुदे ते बैठा हुंदा। सरदार जे मैं भुलदा नहीं तो सतवंत सिंह जौहड़ सन, तरन ताਰਨ DC लगे। ये गल अज तो 5-6 साल पहली पुरानी गल है। उन्होंने एक व्यक्ति मिलण आया तो मैं भी किसी काम वास्ते उन्होंने मिलण गया। उन्होंने ऑफिस की गल है, तरन ताਰਨ की गल है। जिहड़ा व्यक्ति मिलण आया वो कौन सी? जिहड़े कॉलेज में कदी पढ़े, उस कॉलेज में उन्होंने कंटीन सी उस बजुर्ग की। DC के सामने उस कंटीन चाह बनाने वाला वो बजुर्ग उन्होंने सामने बैठा है, अखां च उहदे हंझू ने, क्योंकि अज उस अफसर के सामने बैठा है जिन्होंने मिलने वास्ते लोग तरसते हैं। सरदार साहब इदा अपनी कुर्सी पर बैठे ने। सारे अफसर करप्ट नहीं होंगे, ईमानदार भी बहुत अफसर हैगे ने, जिन्हों के तबादले बड़ी छेती होंगे। समझ लो भी वो किसी MLA MP की उन्हें परवाह नहीं की, रहना तो उन्हें अपने अहुदे ते सी। अहुदा बदल सकता, जिला बदल सकता है। उन्होंने पुछ रहे ने बजुर्ग नूं, वो हिंदू सी बजुर्ग, उन्होंने कहते तुहाडे अखां च हंझू ने, दसो की काम है? वो अपने बच्चे की किसी नौकरी वास्ते आया सी। तो सरदार साहब अपनी कुर्सी तो उठ के आण के उन्होंने मोढियां ते हत्थ रख के आंदे, बजुर्गो रो ना, तुहाडी ते चाह च करामात एडी वड्डी है, तुसीं चाह पिआउंदे रहे, वेख लो मैं DC बन गया जी। ये मान देण वाली गल हुंदी है। तो उहदे अखां चों हंझू ना रुकण। वो कहंदा जी मैं मेरी चाह ने थोड़ा DC बनाया, मेरी चाह तो कॉलेज के कई विद्यार्थी पींदे रहे। आंदा नहीं नहीं, पता नहीं तू किहड़ी भावना नाल पिआई। ये कहंदे ने किसी नूं अदब देना। पढ़िया वो आप सी, स्टडी उन्हें आप की, रात दिन मेहनत उन्हें आप की, पर एक दरम्याने एक उस कंटीन चाह बनाने वाले का भी उन्हें चेहरा चेता रखिया। यदा मतलब वो बंदा कितना अंदरों अमीर होएगा। उन्हें वो सीढ़ी चेते रखी जिहड़ी सीढ़ी उत्ते पैर रख के कदी अगे लंघिया सी। उन्हें वो कंटीन चेते रखी। तो मैनू वो गल वेख के मैं खुद हैरान हो गया। मैं क्या वाह, जे समाज में सारे अफसर इदां दे हो जाण, इदां दी विचारधारा सारिਆਂ ਵਿੱਚ फैल जाए तो संसार साड़ा किड्डा सोहना बन जाए। अजे इत्थे सिस्टम लागू होने नूं टाइम लगना। बाहरलियां कंट्रियां तुसीं किसी बैंक चले जाओ ना, अमेरिका कनेडा की गल है, किसी बैंक चल जाओ, जे तुहानूं 10-15 मिनट उन्हां दे कहण मुताबक वेट करना पिया तो मैनेजर उठ के आण के तुहानूं सॉरी कहेगा, सर तुहाडा टाइम असीं खराब कीता है, सॉरी। है इत्थे इदां दा सिस्टम? उत्थे बंदा कहता तूं धक्के खांदा, फिर मैं तेरे तो की लैना। भावें मंदिर जाके मत्थे टेकी जा, भावें गुरुद्वारे मत्थे टेकी जा, भावें चर्च तुरिया फिर, तेनों इंसान की कदर है नहीं बंदिया।
इत्थे कनैक्टर सवारियां दे गल पई जांदा, तैनूं ये नहीं पता इन्हां सवारियां करके तेरी ट्रांसपोर्ट चलदी है, ते ट्रांसपोर्ट हैगी है ते तूं टिकटां कट रहा ते तेरे घर रात नूं चुल्हे च अग बलदी है। जिद्दण कस्टमर नूं, जिद्दण गाहक नूं, सियाणे बजुर्ग आंदे हुंदे सी ना, पुत्त गाहक ना कदी लड़ी ना, वो गुस्से च आ जाए, तूं गुस्से ना होई, क्योंकि गाहक सिर ते तूं बैठा है। वो जिन्ना मर्जी करो च आ जाए तूं, तां ही जपजी साहिब दी 38 नंबर पौड़ी पढ़ो, जत पहारा। धीरज तो वैसे हर दुकानदार नूं रखना पैना है, पर जिन्ना धीरज सुनियारे च हुंदा है ना, मिसाल नहीं मिलेगी तुहानूं दूजी उहदी। किते गहना गलत बन जाए ना, उधरों विआह होवे अपना ते गहना गलत बन जाए, कड़ा मुंदरी कोई हार सही ना बने, तो आप दवा दव जाके सुनियारे के गल पैने जाके भी सवेरे बरात आ की करता, वो जांदे नूं सोना घट रहा वा, तुसीं गुस्से च उहदे गल पै रहे जी, उन्हें चश्मा इत्थे लाया अज तां नाल गल्लां कर रहा तुहाडे नाल, तुसीं पूरे क्रोध च। हुण जे वो भी गुस्से च आ गया अग्गों, एक तो उन्हें अपना गाहक तोड़ पैना, दूजा उन्हें जिहड़ा दूजा गहना बना रहा उस भी नुक्स पैना, कोई गुस्से च कीता होया काम कदी सही। वो इदां कहता, भैन जी भाजी तुसीं इदां करो, गहना रख जाओ, सवेरे बरात किन्ने बजे आ, आपां टाइम दिंदे, तुहाडे घर सवेरे 7 बजे ये डिजाइन पहुँच जाएगा। अगला रात जाग के काम करदा, पर अपना गाहक टुटण। बोलो जी, ये जपजी साहिब की 38 नंबर पौड़ी है। जपजी साहिब का निचोड़ दिता कि जत पहारा, धीरज नूं सुनियारा, सुनियारा बना ला, यानी कि सुनियारे वर्गा धीरज बना ला, तेरा धीरज इदां दा होवे। जत, जत नूं सुनियारे दी दुकान बना ला, धीरज नूं सुनियारा बना ला। ऐरन मत, अपनी मत नूं ऐरन बना ला जिते रख के वो गहना घटदा वा। ते वेद दे दद्दे नूं उत्थे औंकड़ा, जिहदा अर्थ ज्ञान आ, वेद नूं हथौड़ा बना ला, ज्ञान नूं हथौड़ा बना ला। वेद हथियार, भौ खला, परमेश्वर के निर्मल भौ नूं वो पाइप बना ला जिहदे नाल फूक मार के वो अग बालदा। अगन तप ताओ, 10 नौवां दी कीती कमाई नूं अग बना ला, ते भांडा भाओ प्यार नूं वो भांडा बना ला। अमृत ते ढाल घड़िए शब्द सची टकसाल, टकसाल च करंसी घड़ी जाती है, ये शब्द की टकसाल च इंसान घड़िया जाएगा। तिथे घड़ी है सुरत, मत, मन, बुद्ध। जीवन कमाल होएगा जिदन इंसान नूं जिंदगी च ये गल सीखनी आ गई, मैं किदां जिंदगी नूं जीना है। तो पातशाह जी इहो गुणा की गल दसदे, बंदना हर बंदना गुण गावो गोपाल राय। उस गोपाल के गुण गाउण का अर्थ की है? अपने विचों वो रब्बी गुणा नूं प्रगट करना। वड्डे भाग, सारे बोलो नाल, वड्डे भाग भेटे गुरदेवा। साडे इदां नहीं कहणगे, किसी नूं कहे चल गुरुद्वारे तूं भी बाणी पढ़िया कर, वो की कहंदा तुहाडे वड्डे भाग भाई। जदों साडे भी भाग वड्डे होणगे असीं भी गुरुद्वारे चल जावांगे। भाई नशा छड्ड दे, कहंदा तुहाडे वड्डे भाग आ, साडे अजे वड्डे भाग है नहीं। इहदा मतलब है जदों वड्डे भाग हो गए फिर मैं गुरुद्वारे आउणा। इहदा मतलब जदों मेरे भाग वड्डे हो गए मैं फिर नशा छड्डना। इहदा मतलब पहलां वड्डे भाग होणगे फिर मैं गुरुद्वारे आवांगा। अच्छा ये तो इदां हो गया, किसी नूं कहिए चल स्कूले जाया कर पुत्त, पढ़ के तू पढ़ लिख के अफसर बन जाएगा, तो बच्चा क्यों कहे जदों मैं पढ़ लिख के अफसर बन गया फिर स्कूले जाया करूँ। आप किसी मरीज को कहिए तू डॉक्टर को जा मेडिसिन लै ठीक हो जाएगा, तो मरीज क्यों कहे पहला मैनू ठीक हो लैन दिओ। बोलो जी, फिर डॉक्टर की लोड़ है उन्होंने। तंदुरुस्त बंदा हॉस्पिटल जाता वेख्या तुसीं कदी? बीमार बंदे नूं तुसीं व्हील चेयर ते पा के लैके जाओगे ना। इत्थे की है वड्डे भाग, कहंदे वड्डे भाग भेटे गुरदेवा। वड्डे भाग होणगे तो मैं गुरदेव नूं मिलांगा जाके। नहीं नहीं, भेटे गुरदेवा वड्डे भाग। जदों मैं गुरदेव नूं मिल पिया दुनिया के लोगों मेरे भाग वड्डे हो गए। जदों मैं स्कूल एडमिशन लै ली, मैं पढ़ना शुरू किया, मैं अपने उच्चे अहुदे तक पहुँचने की तैयारी शुरू कर दी। ਜਿਹੜਾ ਬਜੇ ਅੱਜ तक यही कह रहा ना, साड़ी भी ਜਦੋਂ भाग जागणगे, साड़ी भी ਜਦੋਂ किस्मत खुलेगी, ਜਦੋਂ ਅਸੀਂ भी ਹੁਣ किसान इदां कही जाए, किसान ਨੂੰ कहिए तू भी फसल बीज ला, वो कहे ਜਦੋਂ ਵੱਡੇ भाग हो गए फसल बीज लवांगा। तू फसल बीज, मंडी जाएगी 4 मन दाने आउणगे, तेरे घर रौनक लग जाएगी। ਵੱਡੇ भाग
ਭੇਟਿਆ ਗੁਰਦੇਵਾ। ਜਦੋਂ ਮੈਂ ਗੁਰਦੇਵ ਨੂੰ ਮਿਲ ਪਿਆ, ਗੁਰੂ ਦੀ ਗੱਲ ਮੰਨ ਲਈ, ਮੇਰੇ ਵੱਡੇ ਭਾਗ ਹੋ ਗਏ। ਮੈਂ ਆਪਣੇ ਭਾਗ 'ਚ ਗੱਲ ਹੈ, ਜੇ ਭਾਗ ਪਹਿਲਾਂ ਹੀ ਵੱਡੇ ਹੋ ਗਏ ਫਿਰ ਗੁਰੂ ਦੀ ਤਾਂ ਲੋੜ ਹੀ ਨਾ ਹੋਈ। ਫਿਰ ਲੋੜ ਹੈਗੀ ਗੁਰੂ ਦੀ ਜੀ। ਹੁਣ ਕਿਸੇ ਜਿੰਮ ਜਾਣ ਵਾਲੇ ਨੌਜਵਾਨ ਨੂੰ ਕਹੋ ਤੂੰ ਜਿੰਮ ਜਾਇਆ ਕਰ, ਉਹ ਕਹਿੰਦਾ ਮੈਨੂੰ ਪਹਿਲਾਂ ਬੋਡੀ ਵਧੀਆ ਬਣਾ ਲਓ ਫਿਰ ਜਿੰਮ ਜਾਇਆ ਕਰੂੰ। ਉਹ ਜਿੰਮ ਜਾਏਗਾ ਤਾਂ ਬੋਡੀ ਬਣਨੀ ਹੈ। ਸੇਮ ਇੱਦਾਂ ਹੀ ਆ। ਕਿਸੇ ਨੂੰ ਕਹੋ ਭਾਈ ਤੂੰ ਵੀ ਗੁਰਬਾਣੀ ਪੜ੍ਹਿਆ ਕਰ, ਨਹੀਂ ਨਹੀਂ ਮੇਰੇ ਵੱਡੇ, ਜਦੋਂ ਸਾਡੇ ਵੀ ਵੱਡੇ ਭਾਗ ਹੋ ਅਸੀਂ ਵੀ ਬਾਣੀ ਪੜ੍ਹ ਲਿਆ ਕਰਾਂਗੇ। ਨਾ ਨਾ, ਬਾਣੀ ਪੜ੍ਹਿਆ, ਚੰਗੇ ਕੰਮ ਕੀਤਿਆਂ ਭਾਗ ਵੱਡੇ ਹੋਣੇ ਨੇ। ਜੇ ਪਹਿਲਾਂ ਹੀ ਵੱਡੇ ਭਾਗ ਹੋ ਗਏ ਫਿਰ ਗੁਰੂ ਦੀ ਤਾਂ ਲੋੜ ਹੀ ਨਾ ਰਹੀ। ਮੈਨੂੰ ਗੁਰੂ ਦੀ ਲੋੜ ਹੈ ਹੀ ਤਾਂ ਵਾ, ਗੁਰੂ ਨੂੰ ਮਿਲ ਕੇ ਹੀ ਮੇਰੇ ਭਾਗ ਵੱਡੇ। ਹੁਣ ਇੱਦਾਂ ਹੀ ਅੰਮ੍ਰਿਤ ਵੇਲਾ ਹੈ। ਵੇਲਾ ਆਪਣੇ ਆਪ 'ਚ ਅੰਮ੍ਰਿਤ ਥੋੜ੍ਹਾ ਹੈ। ਹੁਣ ਇੱਕ ਬੰਦਾ 4 ਵਜੇ ਉੱਠ ਕੇ ਕਿਸੇ ਘਰ ਚੋਰੀ ਕਰਨ ਜਾ ਰਿਹਾ, ਉਹ ਵੇਲੇ ਨੂੰ ਜ਼ਹਿਰ ਬਣਾ ਰਿਹਾ। ਇੱਕ ਬੰਦਾ ਸਵੇਰੇ ਉੱਠ ਕੇ ਗੁਰੂ ਦੀ ਵਿਚਾਰ ਕਰਦਾ, ਉਹਦੇ ਵਾਸਤੇ ਵੇਲਾ ਅੰਮ੍ਰਿਤ ਬਣ ਰਿਹਾ। ਵੇਲਾ ਆਪਣੇ ਆਪ 'ਚ ਅੰਮ੍ਰਿਤ ਨਹੀਂ, ਵੇਲੇ ਨੂੰ ਅੰਮ੍ਰਿਤ ਤੂੰ ਬਣਾਉਣਾ ਹੈ। ਹੁਣ ਆਹ ਦਿਨ ਦਾ ਟਾਈਮ ਹੈ, 9 ਵੱਜਣ ਵਾਲੇ ਆ, ਆਪਾਂ ਇਸ ਵੇਲੇ ਨੂੰ ਵੀ ਅੰਮ੍ਰਿਤ ਵੇਲਾ ਬਣਾ ਰਹੇ ਹਾਂ। ਕੋਈ ਦਿਨੇ ਦੁਕਾਨ 'ਤੇ 12 ਵਜੇ ਆਪਣੇ ਕਸਟਮਰ ਨਾਲ ਕੋਈ ਚੰਗੀ ਗੱਲ ਕਰੇ, ਉਹ ਦੁਪਹਿਰ ਦੇ 12 ਵੇਲੇ ਨੂੰ ਵੀ ਅੰਮ੍ਰਿਤ ਵੇਲਾ ਬਣਾ ਰਿਹਾ। ਇੱਕ ਸ਼ਾਮਾਂ ਨੂੰ ਆਪਣੇ ਘਰ ਜਦੋਂ ਪਰਿਵਾਰ ਨਾਲ ਬਹਿ ਕੇ ਸੋਦਰ ਦਾ ਪਾਠ ਕਰਦਾ, ਉਹ ਸ਼ਾਮਾਂ ਵੇਲੇ ਨੂੰ ਵੀ ਅੰਮ੍ਰਿਤ ਵੇਲਾ ਬਣਾ ਰਿਹਾ। ਭਲਿਆ ਤੂੰ ਤੇ ਆਪਣੀ ਜ਼ਿੰਦਗੀ ਦੇ ਸਾਰੇ ਵੇਲੇ ਨੂੰ ਹੀ ਅੰਮ੍ਰਿਤ ਵੇਲਾ ਬਣਾਉਣਾ ਸੀ। ਜੇ ਵੇਲਾ ਆਪਣੇ ਆਪ 'ਚ ਹੀ ਅੰਮ੍ਰਿਤ ਹੈ ਤੇ ਫਿਰ ਚੋਰ ਚੋਰੀ ਕਰਨ ਕਿਉਂ ਜਾਂਦਾ? ਨਾ, ਵੇਲਾ ਅੰਮ੍ਰਿਤ ਤੂੰ ਬਣਾਉਣਾ ਹੈ। ਕਿੱਦਾਂ? ਗੁਰੂ ਦੀ ਬਾਣੀ ਨੂੰ ਪੜ੍ਹ ਕੇ, ਗੁਰੂ ਦੀ ਬਾਣੀ ਨੂੰ ਸਮਝ ਕੇ, ਗੁਰੂ ਦੇ ਉਪਦੇਸ਼ ਨੂੰ ਜਾਣ ਕੇ। ਅੰਮ੍ਰਿਤ ਵੇਲਾ, ਸਾਰੇ ਬੋਲੋ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਸੱਚੇ ਨਾਮ ਦੀਆਂ ਵਡਿਆਈਆਂ ਦੀਆਂ ਵਿਚਾਰਾਂ ਕਰ ਕਰਕੇ ਮੈਂ ਵੀ ਆਪਣੀ ਜ਼ਿੰਦਗੀ ਦੇ ਇਸ ਵੇਲੇ ਨੂੰ ਅੰਮ੍ਰਿਤ ਬਣਾ ਲੈਣਾ ਹੈ। ਇਹ ਸ਼ੁਰੂਆਤ ਹੈ ਸਾਡੇ ਦਿਨ ਦੀ। ਤੋ ਪਾਤਸ਼ਾਹ ਜੀ ਕਹਿੰਦੇ ਨੇ ਵੱਡੇ ਭਾਗ ਭੇਟੇ ਗੁਰਦੇਵਾ। ਵੱਡੇ ਭਾਗ ਬਣ ਗਿਆ ਜਦੋਂ ਮੈਂ ਆਪਣੇ ਗੁਰਦੇਵ ਨੂੰ ਮਿਲਿਆ। ਅਤੇ ਇਹਦਾ ਮੈਨੂੰ ਨਤੀਜਾ ਕੀ ਨਿਕਲਿਆ, ਰਿਜ਼ਲਟ ਕੀ ਨਿਕਲਿਆ? ਕੋਟ ਅਪਰਾਧ, ਸਾਰੇ ਬੋਲੋ, ਕੋਟ ਅਪਰਾਧ ਮਿਟੇ ਹਰ ਸੇਵਾ। ਕਰੋੜਾਂ ਅਪਰਾਧ ਮਿਟ ਗਏ, ਕਰੋੜਾਂ ਐਬ ਮੇਰੀ ਜ਼ਿੰਦਗੀ 'ਚੋਂ ਬਾਹਰ ਨਿਕਲ ਗਏ। ਕਦੋਂ? ਜਦੋਂ ਮੈਂ ਗੁਰੂ ਨੂੰ ਮਿਲ ਪਿਆ ਆਣ ਕੇ। ਕੋਟ ਅਪਰਾਧ ਮਿਟੇ ਹਰ ਸੇਵਾ ਨਾਲ ਮੇਰੇ ਕਰੋੜਾਂ ਅਪਰਾਧ ਮਿਟ ਗਏ। ਚਰਨ ਕਮਲ ਜਾ ਕਾ ਮਨ ਰਾਪੈ। ਚਰਨ ਕਮਲ, ਹੁਣ ਗੁਰੂ ਦੇ ਚਰਨ ਕਿਹੜੇ ਆ? ਗੁਰੂ ਦਾ ਸ਼ਬਦ। ਜਦੋਂ ਮੇਰਾ ਮਨ ਗੁਰੂ ਦੇ ਚਰਨਾਂ ਨਾਲ ਆਣ ਕੇ ਲੱਗ ਗਿਆ। ਸਿੱਖ ਰਹਿਤ ਮਰਿਆਦਾ 'ਚ ਲਿਖਿਆ, ਪੜ੍ਹ ਲਿਓ ਭਾਵੇਂ ਜਾ ਕੇ ਜਿਨ੍ਹਾਂ ਕੋਲ ਮਰਿਆਦਾ ਹੈ, ਕਿ ਕਈਆਂ ਗੁਰਦੁਆਰੇ ਤੁਸੀਂ ਵੇਖਿਆ ਜਦੋਂ ਸੰਗਤ ਮੱਥਾ ਟੇਕਦੀ, ਜਿਹੜੇ ਪੀੜ੍ਹੇ 'ਤੇ ਮਹਾਰਾਜ ਦਾ ਪ੍ਰਕਾਸ਼ ਕੀਤਾ ਹੁੰਦਾ, ਉਹਦੇ ਪੀੜ੍ਹੇ ਨੂੰ ਇੱਦਾਂ ਮੁੱਠੀਆਂ ਭਰਨਗੇ। ਕਈਆਂ ਗੁਰਦੁਆਰਿਆਂ 'ਚ ਜਿਨ੍ਹਾਂ ਦੇ ਪੀੜ੍ਹੇ ਬਿਲਕੁਲ ਨਾਲ ਹੁੰਦੇ, ਉਹ ਇੱਦਾਂ ਆਣ ਕੇ ਜਿਸ ਪੀੜ੍ਹੇ 'ਤੇ ਪ੍ਰਕਾਸ਼ ਕੀਤਾ ਉਹਦੀਆਂ ਇੱਦਾਂ ਮੁੱਠੀਆਂ ਭਰਨੀਆਂ ਉਹਨਾਂ ਨੇ। ਇਹਨੂੰ ਸਿੱਖ ਰਹਿਤ ਮਰਿਆਦਾ 'ਚ ਲਿਖਿਆ, ਮੁੱਠੀਆਂ ਭਰਨੀਆਂ ਮਨ ਮਤ ਨੇ। ਕਿਉਂ? ਕਿਉਂਕਿ ਉਹਨਾਂ ਦੇ ਜਿਹਨ 'ਚ ਇਹ ਬੈਠਾ, ਜਿਸ ਪੀੜ੍ਹੇ 'ਤੇ ਮਹਾਰਾਜ ਦਾ ਪ੍ਰਕਾਸ਼ ਕੀਤਾ, ਇਹ ਪੀੜ੍ਹੇ ਦੇ ਪਾਵੇ ਗੁਰੂ ਸਾਹਿਬ ਦੇ ਚਰਨ ਨੇ। ਉਹ ਇੱਦਾਂ ਆਣ ਕੇ ਪੀੜ੍ਹੇ ਨੂੰ ਇੱਦਾਂ ਨੱਪਦੇ ਆ। ਅਤੇ ਫਿਰ ਹਾਰ ਕੇ ਗ੍ਰੰਥੀ ਸਿੰਘ ਉਹਨਾਂ ਨੂੰ ਕਹਿੰਦਾ, ਭਾਈ ਸਾਹਿਬ ਇਹ ਕੰਮ, ਬੋਲੋ ਜੀ, ਅੱਛਾ ਜੇ ਭਾਈ ਸਾਹਿਬ ਅੱਗੇ ਇਹ ਕਹਿ ਦੇਣ ਕਿ ਤੁਸੀਂ ਇੱਥੇ ਮਹਾਰਾਜ ਦੇ ਚਰਨ ਘੁੱਟਣ ਦੀ ਬਜਾਏ, ਜੇ ਘਰ 'ਚ ਕੋਈ ਘਰ ਦਾ ਜੀਅ ਬਿਮਾਰ ਹੈ, ਸੱਸ ਬਿਮਾਰ ਹੈ, ਸਹੁਰਾ ਬਿਮਾਰ ਹੈ, ਘਰ ਦੇ ਵਿੱਚ ਕੋਈ ਦਰਾਣੀ ਜਠਾਣੀ ਬਿਮਾਰ ਹੈ, ਜੇ ਪਤਨੀ ਬਿਮਾਰ ਹੈ, ਕੋਈ ਪਰਿਵਾਰ ਦਾ ਮੈਂਬਰ ਬਿਮਾਰ ਹੈ, ਉਹਦਾ 10 ਮਿੰਟ ਮੱਥਾ ਦਬਾ ਦਿਓ। ਜੇ ਸੱਚੀ ਸਾਨੂੰ ਕੋਈ ਲੱਗਦਾ 10 ਮਿੰਟ ਆਪਣੀਆਂ ਮਾਤਾ ਦੇ ਚਰਨ ਘੁੱਟਦੇ। ਬਾਪੂ ਠੀਕ ਨਹੀਂ ਹੈ, ਤੰਦਰੁਸਤ ਨਹੀਂ ਹੈ, 10 ਹੁਣ ਟਾਈਫਾਈਡ ਹੋਇਆ ਹੋਵੇ, ਬਦਨ ਦਰਦ ਕਰਦਾ, ਚਾਹੁੰਦਾ ਹੈ ਨਾ ਬੰਦਾ ਕੋਈ ਵੀ 10 ਮਿੰਟ ਮੇਰੀਆਂ ਕੋਈ ਮੁੱਠੀ ਚਾਪੀ ਕਰਦੇ, ਮੈਨੂੰ ਨੀਂਦ ਆ ਜਾਏ। ਉਹਨੂੰ ਲੋੜ ਵਾ, ਉੱਥੇ ਨਹੀਂ ਹੱਥ ਲਾਉਣਾ, ਉਹਦੇ ਕੋਲ ਨਹੀਂ ਜਾਣਾ। ਇੱਥੇ ਆਣ ਕੇ ਲੱਕੜ ਦੇ ਪੀੜ੍ਹੇ ਦੇ ਪਾਵੇ, ਬੋਲੋ ਸਾਰੇ ਜੀ, ਘੁੱਟੀ ਜਾਣੇ। ਕਈ ਵਾਰੀ ਵੇਖਦੇ ਨਾ ਆਪਾਂ, ਬੰਦਾ ਕੋਈ ਬੁਖਾਰ ਚੜ੍ਹਿਆ ਹੁੰਦਾ, ਉਹਦਾ ਬਿਲਕੁਲ ਸਰੀਰ ਟੁੱਟ ਭੱਜ ਰਿਹਾ ਹੁੰਦਾ, ਉਹ ਚਾਹੁੰਦਾ, ਮੂੰਹੋਂ ਨਹੀਂ ਬੋਲਦਾ ਉਹ, ਪਰ ਉਹ ਚਾਹੁੰਦਾ ਵਾ ਕਿ ਮੇਰਾ ਪੋਤਰਾ, ਕੋਈ ਮੇਰੀ ਕੋਈ ਪੋਤਰੀ ਆਣ ਕੇ ਦਾਦੀ ਦੇ 10 ਮਿੰਟ ਪੈਰਾਂ ਵਾਲੇ ਬੰਨੇ ਬਹਿ ਕੇ ਉਹਦੀਆਂ ਲੱਤਾਂ ਦਬਾ ਦੇਵੇ, ਉਹਨੂੰ ਨੀਂਦ ਸੌਖੀ ਆ ਜੂ। ਜਦੋਂ ਅਸੀਂ ਇੱਕ ਦੂਜੇ ਦੇ ਰਿਸ਼ਤਿਆਂ ਦੀ ਇੱਦਾਂ ਕਦਰ ਕਰਨ ਲੱਗ ਪਏ, ਕਈਆਂ ਪਰਿਵਾਰਾਂ 'ਚ ਮੈਂ ਵੇਖਿਆ, ਮਾਂ ਧੀ ਨਾਲੋਂ ਵੱਧ ਆਪਣੀ ਨੂੰਹ ਨੂੰ ਪਿਆਰ ਕਰਦੀ ਹੈ। ਕਹਿੰਦੀ ਇੰਨਾ ਪਿਆਰ ਮੈਂ ਆਪਣੀ ਧੀ ਕੋਲੋਂ ਨਹੀਂ ਲਿਆ ਜਿੰਨਾ ਸਤਿਕਾਰ ਮੇਰੀ ਨੂੰਹ ਨੇ ਮੇਰਾ ਕੀਤਾ। ਸਾਰਿਆਂ ਘਰਾਂ 'ਚ ਇੱਕੋ ਜਿਹੀ ਗੱਲ ਥੋੜ੍ਹਾ ਹੈਗੀ ਹੈ, ਹੈਗੇ ਨੇ ਪਰ ਟਾਵੇਂ ਘਰ ਨੇ। ਐਸੇ ਐਸੇ ਪਰਿਵਾਰ ਵੇਖੇ ਮੈਂ ਆਪਣੇ ਜ਼ਿੰਦਗੀ ਵਿੱਚ, ਜਿੱਥੇ ਸੱਸ
अपने पुत्र नूं ते कह दिंदी है तू इत्थे गलत है, पर नूंह दा पक्ष पूरदी है भी मेरी ये धी सही है, क्योंकि उन्होंने पता है असीं घर च इकट्ठियां रहना है। तो ऐसियां भी हैगियां जिहड़ियां पुत्र दा पक्ष पूरदियां ने, बगानी धी नूं उन्होंने बगानी कह के दुरकारना है। तो कित्थों सुख आ जाएगा जी साडे घरां च? जे असीं नूंह नूं अपनी धी नहीं अजे तक मन्निया, तो तुसीं किदां ये सोच रखदे भी तुहाडी धी नूं तुहाडी कुड़मणी अपनी धी मन लवे? फिर तो खूह जिद्दां दी आवाज़ मारोगे बैक उदां दी आउणी है, फिर तो बराबर आउणी है ना साडे समाज। ये मैं सैकड़े बार एग्जाम्पल दित्ती है भी पुत्तर धी रोटी खांदी होवे ते जवाई पानी दा गिलास फड़ा देवे ना, तो सस किते अपने गई होवे अपनी धी नूं मिलण गई होवे माँ, वो इदां कहदी भैणे मोतीपन कीते जिस नाल जवाई मिलिया सानूं, मोतीपन कीते भी जिद्दां किते मतलब रोटी खांदी है मेरी धी पानी भी फड़ा दिंदा, खाना खवाउण भी बाहर लैके जांदा। अच्छा तो जे किते पुत नूंह नूं पानी दा गिलास फड़ा दे रोटी खांदी नूं, फिर बीबी दी की सोच हो जांदी भला? भाई जोरू दा गुलाम आ, पता नहीं की उन्हें सिर ते धूड़िया, उहदे पिछे पिछे तुरिया फिरदा। अच्छा जवाई काम करे तो फिर मोतीपुन कीते आ। अच्छा जे मोतीपुन तुसीं कीते आ तो तुहाडी भी कुड़मणी ने उदां मोतीपुन कीते होण। साडी नूंह दी जिहड़ी मां वा वो मोतीपुन नहीं कर सकदे। साडी सोच इत्थे आ ते असीं कहांगे मैं तो सवेरे उठ के इन्नी बाणी पढ़दा जी। काहदी बाणी पढ़दा है? तू तो अजे तक एक होया ही नहीं। जे तू अपने धी जवाई प्रति तेरी सोच है तो नूंह पुत प्रति भी तेरी सोच इहो होनी चाहिए। साडे घरां नूं कुछ नहीं होया, बस असीं अपने घरां दे सिस्टम ढांचे नूं ठीक करन नूं तैयार नहीं हाँ। कुछ नहीं होया साडे घरां ना, कहणगे घर बदल दो जी, ये घर सही नहीं हैगा। घरां 'च कुछ नहीं हैगा, घर उही हुंदे ने। घरां 'च रहण वाले बंदियां नूं बदलण दी लोड़ आ, सोच बदलण दी लोड़ आ। इत्थे शब्द है वड्डे भाग भेटे गुरदेवा कोट अपराध। तुसीं हुण नोट कीता होना, इसे करके कथा सुननी औखी है, कीर्तन सुनना उच्ची बोलो जी। उच्च क्योंकि सिर ही मारना आनंद आ गया जी। आहा हा हा, इत्थे पसीना सुटदा भी इत्थे मैं गलत हाँ। उत्थे कहणगे भाई साहब ने कमाल ही करती। दूजा पुछे सिक्ख्या की? गुस्सा ना मनाओ, मैं सच गल कहना। कीर्तन के 4-4 5-5 असीं घंटे भी सुन लवांगे तो जान लग्या पुछो जी घर जाके सिक्ख्या कुछ इहदे विचों? तो विचार सुन लगे तुसीं कभी भी नोट करियो, विचारां वेले संगत की गिनती घट क्यों होएगी? क्योंकि इत्थे ओही सुनेगा जिन्हों अनियाला तीर सहण दी आदत है। जिहड़ा कहना मैं बदलना चाहना, बापू मार तीर, मैं बदलना चाहना, मैं सुधरना चाहना, अपने आप नूं मैं सुधारना चाहना। जे रागी सिंह भी कीर्तन करदा करदा किते शब्द की विचार सुनाउण लग पे ना, विचे कहण लग पैना ना जी ना, ये सानूं पसंद नहीं। क्योंकि विचारां सुननियां हारी सारी बंदे दे वस दी। कबीर कसौटी राम की झूठा। बंदा ड्रग का काम करता हो, समैक वेचता हो, अपने घर उन्हें 2 घंटे कीर्तन कराना हो, उन्होंने कोई मुश्किल आऊ? वड्डा लिफाफा भर के पैसों का दो उन्होंने, तो स्वाद भी बड़ा आना सारे टब्बर में। तो जे किते अद्धा घंटा उत्थे कथा हो तो कहे नशा बेचना गलत है, नशे नाल लोगों के घर तबाह होंदे ने, हो सकदा उधर जाके मैक बंद कर दे भी ये काम बंद करो, भी ये तो काम उल्टा चल पिया। असीं चाहुंदे आ जो मैं हाँ मैनूं वो सुनाया जाए। इसे करके अज संसार पिछां नूं जा रहा है। मरीज डॉक्टर कोल आउंदा है, डॉक्टर मरीज वाल वेख के दवाई नहीं दिंदा, वो कहंदा मैं तेनों ठीक करना चाहुंदा, जो तेनों हो सकदा सब तो वध पसंद होवे तेनों मैं छड्डण लई वो कहां, परहेज ही उस गल दा तेनों कर लई कहां, ते जिहड़ी चीज़ तेनों नहीं पसंद हो सकदा तेनों मैं खाण लई वो कहां। फिर तू जे तू ठीक होना चाहुंदा फिर तो इदां ही है ना, फिर तो इदां सवारना पवेगा। तो पातशाह जी कहंदे ने वड्डे भाग भेटे गुरदेवा कोट अपराध, करोड़ा अपराध मिटे हर सेवा चरण कमल। चरण कौन है? गुरु का शब्द। हिरदय चरण शब्द सतगुरु को, गुरु का शब्द ही गुरु के चरण ने। हिरदय चरण शब्द सतगुरु को नानक बांधे ओ पाल। गुरु का शब्द गुरु के चरण। हुण आपां की कर रहे हैं? गुरु के शब्द रूपी चरणों नूं अपने हिरदे च वसाउण वास्ते कन्नां राहीं सुन रहे हैं। तो जे किते गुरु का चरण शब्द मेरे अंदर वस गया, एक अद्धी गल मैनूं समझ आ गई तो मैं माड़ी गल छड्ड दित्ती, समझ लो मैं गुरु के चरणों नूं धो के पीना शुरू कर। चरण साध के, सारे बोलो, चरण साध के धोए धोए पीओ।
ਹੁਣ ਸਾਧ ਕੌਣ ਹੈ? ਗੁਰੂ। ਤੇ ਗੁਰੂ ਦੇ ਚਰਨ ਕੀ ਆ? ਗੁਰੂ ਦਾ ਸ਼ਬਦ ਸਿੱਖਿਆ ਤੇ ਧੋ ਕੇ ਪੀਣ ਦਾ ਅਰਥ ਕੀ ਆ? ਭਾਵ ਮੈਂ ਗੁਰੂ ਦੇ ਸ਼ਬਦ ਨੂੰ ਵਿਚਾਰ ਰਿਹਾ ਵਾਂ, ਮੈਂ ਆਪਣੇ ਗੁਰੂ ਸਾਧ ਦੇ ਚਰਨ ਧੋ ਕੇ ਪੀ ਰਿਹਾ ਹਾਂ। ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕੋ ਆਪਣਾ ਜੀਓ। ਚਰਨ ਕਮਲ ਜਾ ਕਾ ਮਨ ਰਾਪੈ, ਜਿਹਦਾ ਵੀ ਮਨ ਚਰਨ ਕਮਲਾਂ ਨਾਲ ਰੰਗਿਆ ਗਿਆ। ਅਸੀਂ ਆ ਕੱਚੇ ਪਿੱਲੇ ਰੰਗ ਨਹੀਂ ਪਾਉਣੇ ਆਪਣੇ ਉੱਤੇ। ਲੋਕ ਖੇਡਣ 100 ਵਾਰ ਖੇਡਣ, ਸਾਡੀ ਹੋਲੀ ਕਿਹੜੀ ਸੀ? ਹੋਲੀ ਕੀਨੀ, ਸਾਰੇ ਬੋਲੋ, ਹੋਲੀ ਕੀਨੀ ਰੰਗ ਲੱਗਾ ਹੱਥ ਲਾਲ ਦੇ। ਅੱਛਾ, ਇਹ ਰੰਗ ਲੈ ਜਾਣੇ ਆ, ਇਹ ਰੰਗ ਲੜਾਈ ਦਾ ਕਾਰਨ ਵੀ ਬਣ ਜਾਂਦੇ ਆ, ਇਹ ਰੰਗ ਐਕਸੀਡੈਂਟ ਦਾ ਕਾਰਨ ਵੀ ਬਣ ਜਾਂਦੇ, ਕਿਸੇ ਅੱਖ 'ਚ ਪੈ ਜਾਣ। ਤੇ ਇਹ ਰੰਗ ਐਡਾ ਕਮਾਲ ਦੇ ਨੇ, ਇਸ ਰੰਗ ਨਾਲ ਜ਼ਿੰਦਗੀ ਖੂਬਸੂਰਤ ਬਣਦੀ ਹੈ। ਹੋਲੀ ਕੀਨੀ ਸੰਤ ਸੇ ਰੰਗ ਲੱਗਾ ਅਤ ਅਤ ਲਾਲ ਦੇਵ। ਲਾਲ ਦੇਵ ਨਾਲ ਪਿਆਰ ਬਣ ਗਿਆ, ਸਾਂਝ ਬਣ ਗਈ। ਪਾਤਸ਼ਾਹ ਜੀ ਕਹਿੰਦੇ ਨੇ ਚਰਨ ਕਮਲ ਜਾ ਕਾ ਮਨ ਰਾਪੈ, ਸੋਗ ਅਗਨ, ਜਿਹਦਾ ਮਨ ਚਰਨ ਕਮਲਾਂ ਨਾਲ ਰਤਿਆ ਗਿਆ, ਸੋਗ, ਉਹਦੀ ਜ਼ਿੰਦਗੀ 'ਚੋਂ ਸੋਗ ਨਿਕਲ ਗਿਆ। ਅਗਨ, ਸੋਗ ਅਗਨ, ਉਹਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝ ਗਈ। ਸੋਗ ਅਗਨ ਤਿਸ ਜਨ ਨਾ ਵਿਆਪੈ, ਉਸ ਜਨ ਨੂੰ ਸੋਗ ਤੇ ਤ੍ਰਿਸ਼ਨਾ ਦੀ ਅੱਗ ਨਹੀਂ ਵਿਆਪੇਗੀ। ਮਹਾਰਾਜ ਕਿਹਨੂੰ ਕਹਿੰਦੇ? ਜਿਹਦਾ ਮਨ ਚਰਨ ਕਮਲਾਂ ਨਾਲ ਰਤਿਆ ਗਿਆ, ਇਕਮਿਕ ਹੋ ਗਿਆ। ਚਰਨ ਕਮਲ ਜਾ ਕਾ ਮਨ ਰਾਪੈ, ਸੋਗ ਅਗਨ ਤਿਸ ਜਨ ਨਾ ਵਿਆਪੈ। ਸਾਗਰ ਤਰਿਆ, ਸਾਗਰ ਆ ਸੰਸਾਰ ਇੱਕ ਸਾਗਰ ਆ, ਜਿਹਦੇ ਵਿੱਚ ਦੁਨੀਆ ਰੁੜਦੀ ਜਾ ਰਹੀ ਬੁਰਿਆਂ ਕੰਮਾਂ 'ਚ। ਸਾਗਰ ਤਰਿਆ ਕਿਹਦੇ ਸੰਗੇ? ਸਾਰੇ ਬੋਲੋ, ਕਿਹਦੇ ਸੰਗੇ? ਸਾਧੂ ਸੰਗੇ। ਸਾਧੂ ਕੌਣ ਆ? ਮੇਰਾ ਗੁਰੂ, ਮੇਰਾ ਸ਼ਬਦ ਗਿਆਨ, ਜਿਹਦੇ ਸੰਗ ਨਾਲ ਲੱਗ ਕੇ ਮੈਂ ਬੁਰਿਆਂ ਕੰਮਾਂ ਵਾਲੇ ਇਸ ਸਾਗਰ ਤੋਂ ਤਰ ਗਿਆ, ਪਾਰ ਹੋ ਗਿਆ। ਸਾਗਰ ਤਰਿਆ ਸਾਧੂ ਸੰਗੇ, ਇੱਥੇ ਸਾਧੂ ਦਾ ਅਰਥ ਹੈ ਗੁਰੂ ਦਾ ਸ਼ਬਦ, ਗੁਰੂ ਦੀ ਸਿੱਖਿਆ। ਜਦੋਂ ਇਹਨਾਂ ਸ਼ਬਦਾਂ ਦੀ ਵਿਆਖਿਆ ਡੇਰਿਆਂ 'ਚ ਹੁੰਦੀ ਹੈ ਨਾ, ਤੇ ਜਿਹੜੇ ਡੇਰਿਆਂ ਜਾਣ ਵਾਲੇ ਸੋਚਦੇ ਆ ਸ਼ਾਇਦ ਗੁਰੂ ਅਰਜਨ ਸਾਹਿਬ ਨੇ ਸਾਡੇ ਬਾਬਾ ਜੀ ਬਾਰੇ ਇਹ ਸ਼ਬਦ ਉਚਾਰਨ ਕੀਤਾ, ਅਸੀਂ ਸਾਧੂ ਬਾਬਾ ਜੀ ਦੇ ਕੋਲ ਆ ਗਏ। ਇਸੇ ਕਰਕੇ ਤੁਸੀਂ ਵੇਖਿਓ ਬਹੁਤੇ ਲੋਕ ਡੇਰਿਆਂ 'ਚ ਤਾਂ ਜਾਂਦੇ ਨੇ, ਕੋਈ ਸ਼ਬਦਾਂ ਦੀ ਵਿਆਖਿਆ ਗਲਤ ਕੀਤੀ ਜਾ ਰਹੀ। ਇੱਥੇ ਸਾਧੂ ਦਾ ਅਰਥ ਹੈ ਸ਼ਬਦ। ਉਹ ਸਾਧੂ ਤੁਹਾਡੇ ਕੋਲ ਦੁਕਾਨ 'ਤੇ ਵੀ ਹੈਗਾ ਵਾ, ਜਦੋਂ ਤੁਸੀਂ ਆਪਣੀ ਦੁਕਾਨ 'ਤੇ ਬੈਠਦੇ ਜੇ ਨਾ, ਉਹ ਸਾਧੂ ਤੁਹਾਡੇ ਕੋਲ ਹੈ, ਕਿਉਂਕਿ ਗੁਰੂ ਦੀ ਬਾਣੀ ਤੁਹਾਡੇ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਗੁਰੂ ਦਾ ਸ਼ਬਦ ਸਾਡੇ ਨਾਲ ਹੈ ਤੇ ਸਾਧੂ ਵੀ ਮੇਰੇ ਨਾਲ ਹੈ, ਹਰ ਵਕਤ ਮੇਰੇ ਨਾਲ ਹੈ। ਇਸ ਨੂੰ ਆਖਿਆ ਸੀ ਮਹਿਮਾ ਸਾਧੂ ਸੰਗ ਕੀ, ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਪੈ ਚੀਤਾ। ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪੋ ਹਰ ਰੰਗੇ। ਨਿਰਭਉ ਪਰਮੇਸ਼ਰ ਦਾ ਨਾਮ ਜਪੋ ਹਰ ਰੰਗੇ, ਤੇ ਇਹਦੇ ਨਾਲ ਤੁਸੀਂ ਹਰੀ ਦੇ ਰੰਗ ਵਿੱਚ ਰੰਗੇ ਜਾਓਗੇ। ਇਹਦਾ ਮਹਾਰਾਜ ਮੈਨੂੰ ਫਾਇਦਾ ਕਿਉਂ ਆ? ਕਿਤੇ ਪਰ ਧਨ, ਫਿਰ ਤੂੰ ਪਰਾਏ ਧਨ ਵੱਲ ਨਹੀਂ ਵੇਖੇਂਗਾ। ਜਿੰਨੀ ਤੇਰੀ ਸੈਲਰੀ ਹੈ ਤੂੰ ਉਹ 'ਤੇ ਗੁਜ਼ਾਰਾ ਕਰੇਂਗਾ। ਤੇਰੇ ਕੋਲ ਕੋਈ ਬੰਦਾ 5-7% ਵਿਆਜੀ ਪੈਸਾ ਚੁੱਕ ਕੇ ਤੈਨੂੰ ਰਿਸ਼ਵਤ ਦੇਣ ਆਏ ਆਪਣਾ ਕੰਮ ਕਰਾਉਣ ਲਈ, ਤੂੰ ਕਹੇਗਾ ਜਾ ਲੈ ਜਾ, ਜਾ ਕੇ ਆਪਣੇ ਬੱਚਿਆਂ ਲਈ ਆਟੇ ਦਾਲ ਦਾ ਪ੍ਰਬੰਧ ਕਰ, ਮੇਰੇ ਕੋਲ ਮੇਰੀ ਤਨਖਾਹ ਦਾ ਪ੍ਰਬੰਧ ਹੈ। ਪਰਾਏ ਧਨ ਵੱਲ ਨਹੀਂ ਵੇਖੇਂਗਾ। ਫਿਰ ਤੂੰ ਪੁੱਤਰ ਵਿਆਹੁਣ ਜਾਏਗਾ ਇੱਦਾਂ ਕਿ ਮੈਨੂੰ ਸਿਰਫ ਧੀ ਚਾਹੀਦੀ ਆ, ਮੈਂ ਆਪਣੀ ਨੂੰਹ ਦੇ ਪੇਕਿਆਂ ਤੋਂ ਇੱਕ ਵੀ ਚੀਜ਼ ਨਹੀਂ ਲੈਣੀ, ਕਿਉਂਕਿ ਮੈਂ ਆਪਣੇ ਪੁੱਤਰ ਨੂੰ ਪਾਲਿਆ ਹੀ ਇੱਦਾਂ ਕਿ ਉਹ ਆਪਣੇ ਘਰ ਹਰ ਚੀਜ਼ ਕਮਾ ਕੇ ਪੈਦਾ ਕਰ ਸਕੇ। ਤੁਸੀਂ ਆਪਣੇ ਬੱਚਿਆਂ ਲਈ ਇਸ ਧਨ ਦਾ ਪ੍ਰਬੰਧ ਕਰੋ। ਮੈਂ ਐਸੇ ਪਰਿਵਾਰ ਵੇਖੇ ਜਿੱਥੇ ਪਰਿਵਾਰ ਕੋਲ ਪਿੱਛੇ ਐਡੀ ਵਧੀਆ ਕਾਰ ਨਹੀਂ ਸੀ, ਪਰ ਜਵਾਈ ਨੂੰ ਵਧੀਆ ਕਾਰ ਲੈ ਕੇ ਦਿੱਤੀ। ਤੇ ਉੱਥੇ ਜਵਾਈ ਕਹਿ ਸਕਦਾ ਸੀ ਪਾਪਾ ਜੀ ਤੁਸੀਂ ਆਪਣੇ ਲਈ ਵਧੀਆ ਕਾਰ ਲਓ, ਮੈਂ ਆਪਣੀ ਕਮਾਈ ਕਰਕੇ ਵਧੀਆ ਪ੍ਰਬੰਧ ਕੀਤਾ ਹੋਇਆ। ਘਰਾਂ 'ਚ 2-2 ਗੱਡੀਆਂ ਪਹਿਲਾਂ ਖਲੋਤੀਆਂ, ਫਿਰ ਵੀ ਮੂੰਹ ਮੰਗ ਕੇ ਦਾਜ ਲੈਣਾ, ਤੇ ਗੁਰਦੁਆਰੇ ਆਣ ਕੇ ਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਨੁਕਸਾਨ ਇੱਥੇ ਹੋਇਆ ਸਾਡਾ, ਨੁਕਸਾਨ ਇੱਥੇ ਹੋਇਆ। ਆ 4-5 ਦਿਨ ਪਹਿਲਾਂ ਦੀ ਗੱਲ, ਇੱਕ ਇੰਟਰਨੈਟ 'ਤੇ ਵੀਡੀਓ ਸੀ, ਉਹ ਕਿਸੇ ਹੋਰ ਸਟੇਟ ਦੀ ਹੈ। ਉੱਥੇ ਲਾੜਾ ਪੱਤਰਕਾਰ ਉਹਨੂੰ ਕਹਿੰਦਾ ਵੀ ਤੁਸੀਂ ਵਿਆਹ ਤੋਂ ਮੁਨਕਰ ਕਿਉਂ ਹੋ ਰਹੇ ਜੀ? ਕਹਿੰਦੇ ਜੀ ਲੜਕੀ ਵਾਲਿਆਂ ਨੇ ਕੈਸ਼ ਕਿਹਾ ਸੀ ਦੇਣ ਲਈ, ਉਹ ਕੈਸ਼ ਨਹੀਂ ਦੇ ਰਹੇ ਸਾਨੂੰ ਜਿੰਨਾ ਅਸੀਂ ਮੰਗਿਆ ਸੀ। ਤੇ ਪੱਤਰਕਾਰ ਉਹਨੂੰ ਪੁੱਛ ਰਿਹਾ ਅੱਗਿਓਂ ਇੱਦਾਂ, ਤੁਸੀਂ ਕੀ ਕੰਮ ਕਰਦੇ ਹੋ? ਕਹਿੰਦਾ ਮੈਂ ਟੀਚਰ ਹਾਂ ਸਰਕਾਰੀ। ਤੁਹਾਡੇ ਪਿਤਾ ਜੀ? ਕਹਿੰਦਾ ਉਹ ਵੀ ਸਰਕਾਰੀ ਟੀਚਰ ਨੇ।
दोनों सरकारी टीचर ने तो उत्थे विआह इस करके नहीं कर रहा कि दाज चाहिए। लड़की लागे उदास चेहरे दे नाल बैठी हुई है। सोचो जे वो विआही उस घर चली भी गई, इज्जत करेगी जी उस परिवार की? बोलो गुरु के प्यारे, रिस्पैक्ट रहेगी वो दिमाग च, जहन च सारी जिंदगी। वो कभी पति नूं तो फिर ऐसे पति नूं कोई कहे परमेश्वर करके जान, ये कैसा परमेश्वर है बई जिहड़ा अपनी औरत के सामने ये कहता भी कैश नहीं दिता तुसीं, दिओगे तो मैं लैके जाना। हुण इहो जे दाज दे लोभियां नूं चराहे च खड़ा करके सज़ा देनी चाहिए है, ताकि दोबारा कोई जुरत ना कर सके किसी की धी की बेइज्जती करने वास्ते। माफ़ करना, कई बारी मेरे दिमाग च गल आउंदी ऐसा कानून बनना चाहिए। होना तो यह चाहिए सी, लड़की परिवार के सामने लड़का परिवार जाके कहता धी साडी है पैदा तुहाडे घर होई है, साडा जी करदा तुहाडा सन्मान करन नूं, क्योंकि असीं तुहाडे घरों धी लैके जा रहे हैं। काम उल्टा हो रहा। पहला उदों मेहने मारदे, हाए तुहाडे घर धीआं ही ने, पुत्त है नहीं। फिर जदों विआहण आउंदे आ फिर मेहने मारदे असीं, फिर चाहिदा दाज असीं। माफ़ करना, ऐसे ऐसे पीड़ित परिवार मैं वेखे जिथे औरत नूं यह कहा जाता है तो बेगानी है। पहला पेके पली विचारी, उत्थे उहनूं यह कह छड्डिया इन्हें तो अगले घर जाना, ये घर इहदा थोड़ा। पेके वालियां कह छड्डिया इहदा अगे घर है, अगलियां कहता है तो बेगानी है। दसो औरत दा घर किहड़ा? पर सच्चाई ये आ, लोग कहते ना औरत का घर कोई नहीं, पर सच्चाई ये आ औरत तो बिना घर ही कोई नहीं हुंदा। हुंदा है जी? बोलो भाई। बदल दो रस्मां, ये तौर तरीके बदल दो। अजे भी समाज में इदां दीयां रीतां वां, जदों पत्नी चढ़ाई करदी है उहदा खफन कित्थों आउंदा भला जिहड़ा उत्ते पाया जांदा? पेकियां तो। सारी जिंदगी भांडे इन्हां दे मांजे, सारी जिंदगी काम इन्हां दा कीता, ते खफन कित्थों आउणा? बोलो भैनों, पेकियां तो। ये रस्मां कौन तोड़ू? वो तो पुत्र कहन मेरी माँ के हथ घस गए इस घर च काम करदी दे, साढ़े कोल 2 गज कपड़ा है नहीं अपनी माँ के उत्ते पाउण लई। ये रीतां तोड़ो, रस्मां तोड़ो। ऐसे ऐसे परिवार वेखे जिथे लड़के ने फैसला किया मैं सिर्फ अपनी पत्नी नाल विआह किया, मैं दाज नहीं लैना। उत्थे माँ बाप कहते सानूं दाज चाहिए। अच्छा, ਜਿਹੜੇ माँ बाप जिद करते ਸਾਨੂੰ दाज चाहिए, मान लो लड़की कार ले आवे जो कार च बहन ना देवे, बोलो जी मम्मी जी कहे मम्मी जी पिछली सीट पर जाके बहुत, अगली सीट पर मैं बहना क्योंकि आरसी मेरे नाम से आ। बोलो भाई, सुनिया कथा बहुत औखियां ने। जान लग्या ना प्रबंधक कमेटी को कह दो भी ये बंदे नूं दोबारा ना सद्या करो, ये गल्लां बड़ियां खतरनाक करदा। एक काम करो, जान लग्या प्रबंधक कमेटी को पक्का कह के जाओ सीढ़ियां उतरन तो पहला क्योंकि सच है। अज हो की रहा साडे समाज, कभी सोच के वेख्या? जिदन असीं ये गल हुण मान लो कई घर ननाण आण के पेके दखल दे रही है भी भलीए तू अपना घर सामभ जा, तू दूजे का घर को तबाह कर दी। उत्थे परिवार नूं चाहिदा, माँ 2 गल्लां ने, मैं अपनी जिंदगी के तजर्बे चों ये गल कहना, जिथे लड़की की माँ जाके लड़की के सहुरे परिवार दखल देवेगी घर सुखी नहीं वसेगा, जिथे ननाण आण के पेके दखल देवेगी तां भी घर सुखी नहीं वसेगा। पुरानियां मावां दे कोलों ये गल्लां सिखियां ने। मावां आंदियां हुंदियां सी धीए तैनूं तेरी सस ने कोई कौड़ा सड़ा शब्द बोलिया मैनूं ना दसी। उन्हें कहना क्यों? कहना जदों मैं कल नूं कुड़मणी नूं मिलांगी मेरे जेहन च उहदे प्रति ये शब्द रहना, तूं तो फिर उत्थे रहना, मैं उन्होंने भैणां दी तरह मिलना चाहुंदी हां। मेरी बेनती हथ जोड़ के, घर स्वर्ग बन जाणगे। अपने बच्चों नूं इदां पालो कि पुत दुख तकलीफ चलनी, मेरा प्यार ना घटे, मैं स्नेह रखना चाहना। जिवें भरा भरा दियां जफ्फियां बिना लालच तो पैंदियां, इदां रिश्तेदारां दियां जफ्फियां पैण, संसार सोहना बन जाएगा। पर तन दो किश पाप ना फेड़े, पराया धन दोख ऐब किश पाप ना फेड़े, जम जंदार ना। जम किदां नेड़े आ जाऊगा भी? जदों मैं गुरु की सिक्ख्या ते तुरांगा, जम मेरे नेड़े किदां आजू? जम किहड़ा सी? काम क्रोध लोभ मोह ते हंकार। अखीरलियां तुकां वल ध्यान दिओ। सागर तरिया साधु संगे, निरभौ नाम जपो हर रंगे, पर धन दो किछ पाप न फेड़े, जम जंदार न आवे नेड़े। तृष्णा अगन, केड़ी अग? तृष्णा दी अग। घर पहला गड्डी खलोती है पर बंदा कहता होर आ जाए दाज। ये की है जी भला? बोलो गुरु के प्यारे हो। तृष्णा दी। तो मैं कहां जी मैं तो उत्थे लंगर ला के बैठा।
मैं तो इन्ने लाख का लंगर पानी खवाता ना। ये तृष्णा की अग है। तृष्णा अगना प्रभु आप बुझाई। तृष्णा की अग प्रभु ने मेरी बुझा दी। होना नानक उधरे प्रभ शरण आई। हे नानक आख उधर गए, बच गए किदां? प्रभु की शरण में पै के। आओ गुरु बख्शिश करे असी भी मालक की इस इबादत को अपनी जिंदगी का आधार बनाइए। बंदना हर बंदना गुण गावो गोपाल राय। जिदन असी रब्बी गुण जीवन चो प्रगट कर ले, समझ लेना साडा गुरु को बैठना सफल हो गया। अखीर ते ये तुकां पढ़ के समाप्ति है। सारी संगत हाजरी लवाओ जी। बंदना हर बंदना, बंदना हर बंदना, गुण गावो गोपाल राय, गुण गावो गोपाल राय। बंदना हर बंदना, बंदना हर बंदना, कोटान कोट शुकराना है अकाल पुरख वाहगुरू जी का, जिन्हों ने सानू उद्यम चाओ प्रेरणा बख्शिश की। दो दीवाना की हाज़री आप भरी है। इत्थों की समुची प्रबंधक कमेटी, सत्कारयोग ग्रंथी साहबान, रागी साहबान, जिन्हें भी तुसी दूरां नेड़ियां तो चल के इन्हां समागमां विच हाज़री भरी है, सारियां दा तहे दिलों धन्नवाद। विचारां करदिआं जो भुल्लां होईआं ने वो मेरियां ने, जे कोई बचन चंगा लगा होवे वो मेरा नहीं, सतगुर दा जान के हिरदे विच वसाउण दा यतन करिओ। आओ अपने घरां विच सहज पाठ आप आरंभ करिए, गुरबाणी खुद पढ़िए, भावें एक शब्द रोज़ पढ़िए, रोज़ शुरुआत करिए अपने परिवारां विच सतगुर दी बाणी पढ़न दी। सारियां दा तहे दिलों धन्नवाद। अदब सत्कार नाल फतेह बुलाओ ते बुलंद आवाज़ विच गज के आखो साध संगत जी, वाहिगुरू जी का खालसा, वाहिगुरू जी की फतेह।